ਵਾਹਿਗੁਰੂ ਜੀ ਕੀ ਫਤਿਹ। ਸਿੱਖ ਫਿਲਾਸਫੀ ਦਾ ਸਪੈਸ਼ਲ ਪ੍ਰੋਗਰਾਮ ਜਿਹੜਾ ਕਿ ਪਿਛਲੇ ਹਫ਼ਤੇ ਅਸੀਂ ਆਪਣੇ ਸਰੋਤਿਆਂ ਅੱਗੇ ਇਹ ਪ੍ਰੋਮਿਸ ਕਰਕੇ ਛੱਡ ਗਏ ਸਾਂ ਕਿ ਅਗਲੇ ਹਫ਼ਤੇ ਤੋਂ ਭਾਵ ਇਸ ਹਫ਼ਤੇ ਤੋਂ ਇੱਕ ਸਪੈਸ਼ਲ ਸੀਰੀਜ਼ ਸ਼ੁਰੂ ਕਰਾਂਗੇ ਜਿਹੜਾ ਕਿ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਜੀ ਦਾ ਜੋ 400 ਸਾਲਾ ਪ੍ਰਕਾਸ਼ ਉਤਸਵ ਆ ਰਿਹਾ ਹੈ। ਇਸ ਸਾਲ ਉਹ 1 ਮਈ ਨੂੰ ਆ ਰਿਹਾ। ਉਹ ਜਿੱਥੇ ਵੀ ਸਿੱਖ ਵਸਦੇ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਉਹਨਾਂ ਆਪੋ ਆਪਣੀ ਬਿੱਤ ਅਨੁਸਾਰ ਮਨਾਉਣਾ ਹੈ ਅਤੇ ਇੱਥੇ ਵੀ ਸਾਡਾ ਹੀ ਫਰਜ਼ ਬਣਦਾ ਹੈ ਸਿੱਖ ਚੈਨਲ ਸਿੱਖਾਂ ਦਾ ਇੱਕ ਪਲੇਟਫਾਰਮ ਸਭ ਤੋਂ ਪਹਿਲਾਂ ਹੋਣ ਦੇ ਨਾਤੇ ਇਹਦੇ ਉੱਤੇ ਵੀ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਰੇ, ਉਹਨਾਂ ਦੀ ਬਾਣੀਆਂ, ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਬਾਰੇ ਗੱਲ ਕਰਨੀ ਸਾਡੀ ਬੜੀ ਜ਼ਰੂਰੀ ਬਣਦੀ ਹੈ ਕਿਉਂਕਿ ਇਹ ਪ੍ਰੋਗਰਾਮ ਜਿਹੜੇ ਇਹ ਸਿਰਫ ਇੱਕ ਟਾਈਮ ਪਾਸ ਕਰਨ ਵਾਸਤੇ ਨਹੀਂ, ਇਹ ਅਸੀਂ ਕੋਸ਼ਿਸ਼ ਕਰਦੇ ਇਹ ਐਜੂਕੇਸ਼ਨਲ ਪ੍ਰੋਗਰਾਮ ਹੋਣ ਤਾਂ ਕਿ ਸਾਡੇ ਸਰੋਤਿਆਂ ਨੂੰ ਇਹਦੇ ਵਿੱਚੋਂ ਕੁਝ ਨਾ ਕੁਝ ਮਿਲ ਸਕੇ ਅਤੇ ਇਸ ਪ੍ਰੋਗਰਾਮ ਦੀ ਵੀ ਵਿੱਚ ਇਹ ਕੋਸ਼ਿਸ਼ ਕਰਾਂਗੇ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਜੀਵਨ ਕਾਲ ਉੱਥੇ ਬਾਣੀ ਦੇ ਅਧਿਆਤਮਕ ਅਰਥ, ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖਿਆਵਾਂ, ਤਾਂ ਕਿ 400 ਸਾਲਾਂ ਮਨਾਉਣ ਤੱਕ ਉਦੋਂ ਤੱਕ ਸਾਡੇ ਸਰੋਤਿਆਂ ਨੂੰ, ਸਨਮਾਨਯੋਗ ਸਰੋਤੇ ਜਿਹੜੇ ਜੁੜਦੇ ਨੇ ਸਾਡੇ ਨਾਲ, ਉਹਨਾਂ ਨੂੰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਪੂਰੀ ਗਿਆਤ ਹੋਵੇ ਅਤੇ ਇਹ ਵੀ ਕੋਸ਼ਿਸ਼ ਹੋਵੇਗੀ, ਅਸੀਂ ਬੇਨਤੀ ਕਰਾਂਗੇ ਕਿ ਇਹ ਆਪਾਂ ਸੁਣ ਕੇ ਇੱਥੇ ਨਾ ਛੱਡ ਜਾਈਏ, ਇਹ ਆਪਣੇ ਬੱਚਿਆਂ ਤੱਕ, ਜਿਹੜੀ ਸਾਡੀ ਤੀਜੀ ਚੌਥੀ ਜਨਰੇਸ਼ਨ ਇੱਥੇ ਹੈ ਉਹਨਾਂ ਤੱਕ ਪਾਸ ਔਨ ਕਰੀਏ। ਸਾਡਾ ਇਹ ਜਿਹੜਾ ਕਿ ਵਡਮੁੱਲਾ ਇਤਿਹਾਸ ਹੈ ਅਤੇ ਇਹਦੇ ਵਿੱਚ ਅਸੀਂ ਕੁਝ ਜੋ ਸਵਾਲ ਜਾਂ ਪਿੱਛੇ ਰਹਿ ਗਏ ਸਨ ਉਹ ਦੁਬਾਰਾ ਫਿਰ ਉਹਨਾਂ ਦੀ ਫਰਮਾਇਸ਼ ਆਈ ਹੈ, ਉਹ ਵੀ ਅੱਜ ਦੇ ਪ੍ਰੋਗਰਾਮ ਵਿੱਚ ਮੈਂ ਭਾਈ ਸਾਹਿਬ ਨੂੰ ਕਹਾਂਗਾ ਕਲੀਅਰ ਕਰਨ। ਅਤੇ ਇਹ ਸਾਰਾ ਜੋ ਪ੍ਰੋਗਰਾਮ ਇਤਿਹਾਸ ਆਪਾਂ ਨੂੰ ਦੱਸਣਗੇ ਉਹਦੇ ਵਾਸਤੇ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ ਆਪਣੇ ਕੋਲ ਹਾਜ਼ਰ ਨੇ ਸਿੱਖ ਚੈਨਲ ਸਟੂਡੀਓ ਵਿੱਚ। ਉਹਨਾਂ ਨਾਲ ਫਤਿਹ ਸਾਂਝ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜਿਸ ਤਰ੍ਹਾਂ ਪਿਛਲੇ ਹਫ਼ਤੇ ਆਪਾਂ ਪ੍ਰੋਮਿਸ ਕਰ ਗਏ ਸੀ ਕਿ ਅੱਜ ਇਸ ਹਫ਼ਤੇ ਤੋਂ ਕੁਝ ਹਫ਼ਤਿਆਂ ਤੱਕ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦੇ ਉਹਨਾਂ ਦਾ ਜੀਵਨ ਬਚਣਾ ਹੈ, ਉਹਨਾਂ ਸਿੱਖਿਆਵਾਂ ਬਚਣੀਆਂ ਨੇ ਅਤੇ ਅੱਜ ਸਿਰਫ ਆਪਾਂ ਤੋਂ ਉਹ ਟਾਈਮ ਦੇ ਵਿੱਚ ਕਿਉਂਕਿ ਕੁਝ ਸਵਾਲ ਪਿੱਛੇ ਨੇ ਉਹ ਕਲੈਰੀਫਾਈ, ਉਹਨਾਂ ਨੂੰ ਕਲੈਰੀਫਿਕੇਸ਼ਨ ਦੇਣੀ ਜ਼ਰੂਰੀ ਹੈ, ਸਿਰਫ ਆਪਣੇ ਭੂਮਿਕਾ ਬੰਨ ਹੋਣੀ ਹੈ ਅਤੇ ਉਸ ਤੋਂ ਉਪਰੰਤ ਆਪਾਂ ਅਗਾਂਹ ਚੱਲਾਂਗੇ। ਅਤੇ ਮੈਂ ਬੇਨਤੀ ਕਰਾਂਗਾ ਕਿ ਸ਼ੁਰੂ ਤੁਸੀਂ ਇੱਥੋਂ ਕਰੋ ਕਿ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਕਿ ਉਹਨਾਂ ਦਾ ਕ੍ਰੋਨੋਲੋਜੀਕਲ ਜੀਵਨ ਹੈ, ਪਰਿਵਾਰਕ, ਜਿਹੜੇ ਕਿੱਥੋਂ ਚੱਲੇ ਨੇ, ਗੁਰੂ ਅਰਜਨ ਦੇਵ ਤੋਂ ਲੈ ਲਓ, ਗੁਰੂ ਅਮਰਦਾਸ ਤੋਂ ਲੈ ਲਓ, ਇਹ ਥੋੜ੍ਹਾ ਜਿਹਾ ਉਹਨਾਂ ਦਾ ਫੈਮਿਲੀ ਟਰੀ ਜਿਹਨੂੰ ਕਹਿ ਲਈਏ, ਉਹਦੇ ਬਾਰੇ ਪਹਿਲਾਂ ਸਾਨੂੰ ਸੋਚ ਦੱਸੋ ਤਾਂ ਕਿ ਆਪਣੇ ਸਰੋਤਿਆਂ ਨੂੰ ਪਤਾ ਲੱਗ ਸਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਹਦੇ ਵਿੱਚ ਕਿੱਥੇ ਆ ਕੇ ਕਿੱਥੇ ਫਿੱਟ ਆਉਂਦੇ ਨੇ, ਕੌਣ ਸੀ ਉਹਨਾਂ ਦਾ ਪਿਤਾ, ਕੌਣ ਸੀ ਦਾਦਾ, ਕੌਣ ਸੀ ਪੜਦਾਦਾ ਜੀ। ਬਹੁਤ ਧੰਨਵਾਦ ਡਾਕਟਰ ਸਾਹਿਬ। ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੀ ਉਮਰ ਦੇ ਵਿੱਚ ਬਹੁਤ ਸਾਰੇ ਗੁਰੂ ਸਾਹਿਬਾਂ ਦੀਆਂ ਸ਼ਤਾਬਦੀਆਂ, ਅਰਧ ਸ਼ਤਾਬਦੀਆਂ ਮਨਾਉਣ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ। ਸਾਡੀ ਪੀੜ੍ਹੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਵੀ ਮਨਾਇਆ ਹੈ ਤੇ ਪਿਛਲੇ ਸਮੇਂ ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਵੀ ਮਨਾਇਆ। ਗੁਰੂ ਅਮਰਦਾਸ ਜੀ ਦਾ ਵੀ, ਬਾਕੀ ਗੁਰੂ ਸਾਹਿਬਾਂ ਦਾ ਵੀ, ਇੱਥੋਂ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ 400 ਸਾਲਾ ਸਥਾਪਨਾ ਦਿਵਸ ਵੀ ਮਨਾਇਆ। ਖਾਲਸਾ ਪੰਥ ਦੀ ਸਾਜਨਾ ਦਾ 300 ਸਾਲਾ ਦਿਨ ਵੀ ਅਸੀਂ ਸਾਰਿਆਂ ਨੇ ਮਨਾਇਆ ਤੇ ਇਸ ਸਾਲ 1 ਮਈ ਨੂੰ ਧੰਨ ਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸਿੱਖ ਸੰਗਤਾਂ ਨੇ, ਗੁਰੂ ਖਾਲਸਾ ਪੰਥ ਨੇ ਮਨਾਉਣਾ ਹੈ। ਤੇ ਬਹੁਤੀ ਵਾਰੀ ਕੀ ਹੁੰਦਾ ਕਿ ਅਸੀਂ ਗੁਰਪੁਰਬ ਮਨਾਉਣ ਦੇ ਨਾਂ ਦੇ ਉੱਤੇ ਬਹੁਤ ਵੱਡੇ ਸਮਾਗਮ ਕਰਦੇ ਹਾਂ।
ਨਗਰ ਕੀਰਤਨ ਕਰਦੇ ਹਾਂ, ਖਾਲਸਾ ਮਾਰਚਿਸ ਕਰਦੇ ਹਾਂ, ਕੀਰਤਨ ਦਰਬਾਰ ਕਰਦੇ ਹਾਂ, ਉਹ ਬਹੁਤ ਲਾਜ਼ਮੀ ਨੇ। ਕੌਮੀ ਜਲਾਉ ਦਾ ਪ੍ਰਗਟਾਵਾ ਕਰਨ ਵਾਸਤੇ ਇਹ ਸਾਰਾ ਕੁਝ ਲਾਜ਼ਮੀ ਹੈ। ਇੱਕ ਜਿਹੜੀ ਕੌਮੀ ਸਪਿਰਿਟ ਹੈ ਉਹਦੀ ਅਪਲਿਫਟਿੰਗ ਕਰਨ ਵਾਸਤੇ, ਪਰ ਉਹਦੇ ਨਾਲ ਉਸ ਤੋਂ ਵੀ ਜ਼ਰੂਰੀ ਹੈ ਕਿ ਉਹ ਜਿਹੜੀਆਂ ਗੱਲਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਾਂ ਬਾਕੀ ਗੁਰੂ ਸਾਹਿਬਾਂ ਨੇ ਸਾਡੇ ਵਾਸਤੇ ਪੈਦਾ ਕੀਤੀਆਂ ਸੀ, ਸਾਡੇ ਵਾਸਤੇ ਨੀਅਤ ਕੀਤੀਆਂ ਸੀ, ਅਸੀਂ ਉਹਦਾ ਵੀ ਧਿਆਨ ਰੱਖੀਏ। ਨਾਲ ਹੀ ਅਸੀਂ ਗੁਰੂ ਸਾਹਿਬ ਵਾਲਿਆਂ ਦਾ ਜੀਵਨ ਜਿਹੜਾ, ਹੁਣ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 400 ਸਾਲਾ ਮਨਾਉਣਾ ਹੈ, ਤੇ ਘੱਟ ਤੋਂ ਘੱਟ ਸਾਨੂੰ ਇਸ ਸਾਲ ਦੇ ਵਿੱਚ ਜ਼ਰੂਰ ਪਤਾ ਹੋਵੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਪੋਤੇ ਸਨ, ਧੰਨ ਗੁਰੂ ਰਾਮਦਾਸ ਜੀ ਦੇ ਪੜਪੋਤੇ ਸਨ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਪੁੱਤਰ ਸਨ। ਤੁਸੀਂ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਪਿਛੋਕੜ ਦੀ, ਕਿ ਗੁਰੂ ਰਾਮਦਾਸ ਜੀ ਦੇ ਪੜਪੋਤੇ, ਗੁਰੂ ਅਰਜਨ ਦੇਵ ਜੀ ਦੇ ਪੋਤਰੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ। ਗੁਰੂ ਹਰਗੋਬਿੰਦ ਜੀ ਦੇ 5 ਪੁੱਤਰ ਨੇ। ਸਭ ਤੋਂ ਵੱਡੇ ਨੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ। ਉਸ ਤੋਂ ਬਾਅਦ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਤੇ ਇੱਕ ਇਹਨਾਂ ਦੀ ਭੈਣ ਹੈ ਬੀਬੀ ਬੀਰੋ ਜੀ। ਇਹ 5 ਭਰਾ ਤੇ 1 ਭੈਣ, 6 ਭੈਣ ਭਰਾ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਤੇ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਦਾ ਨਾਮ ਮਾਤਾ ਨਾਨਕੀ ਹੈ, ਤੇ ਗੁਰੂ ਸਾਹਿਬ ਦੇ ਜਿਹੜੇ ਨਾਨਕੇ ਨੇ ਉਹ ਬਕਾਲੇ ਨੇ, ਜਿਹਨੂੰ ਅੱਜ ਅਸੀਂ ਸਤਿਕਾਰ ਦੇ ਨਾਲ ਬਾਬਾ ਬਕਾਲਾ ਆਖਦੇ ਹਾਂ। ਬਕਾਲੇ ਸ਼ਹਿਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਨਕੇ ਨੇ, ਤੇ ਬਕਾਲੇ ਦੇ ਵਿੱਚ ਬਹੁਤ ਲੰਬਾ ਸਮਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰੂ ਬਣਨ ਤੋਂ ਪਹਿਲਾਂ, ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਬਕਾਲੇ ਦੇ ਵਿੱਚ ਬਹੁਤ ਲੰਬਾ ਸਮਾਂ ਗੁਜ਼ਾਰਿਆ, ਜਿਹਦੀ ਅਸੀਂ ਗੱਲ ਡੀਟੇਲ ਦੇ ਵਿੱਚ ਜਦੋਂ ਉਹਨਾਂ ਦਾ ਜੀਵਨ ਕਰਾਂਗੇ, ਉਹ ਸਾਰੇ ਜਿਹੜੀਆਂ ਤਰੀਕਾਂ ਤੇ ਸਮਾਂ ਉਹਦੀ ਗੱਲ ਅਸੀਂ ਕਰਦੇ ਰਹਾਂਗੇ। ਇੱਥੇ ਇੱਕ ਗੱਲ ਖਾਸ ਸਮਝਣਯੋਗ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਹੁੰਦਿਆਂ ਹੀ ਬਾਬਾ ਗੁਰਦਿੱਤਾ ਜੀ ਦੇ ਲੜਕੇ ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ ਬਣੇ, ਜਿਹੜੇ ਕਿ ਗੁਰੂ ਤੇਗ ਬਹਾਦਰ ਜੀ ਦੇ ਭਤੀਜੇ ਲੱਗਦੇ ਸਨ। ਤੇ ਉਹਨਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੋਤਰੇ ਦੀ ਥਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 8ਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ। ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਬਕਾਲੇ ਦੇ ਵਿੱਚ ਜਾਂ ਪੱਛਮ ਦੇਸ਼, ਉੱਤਰ ਪੱਛਮ ਦੇ ਵਿੱਚ ਅਸਾਮ, ਬੰਗਾਲ, ਢਾਕਾ ਵਗੈਰਾ ਦੇ ਇਲਾਕੇ 'ਚ ਪ੍ਰਚਾਰ ਦੌਰਿਆਂ ਤੇ ਜਾਂਦੇ ਹੁੰਦੇ ਸਨ। ਬਹੁਤ ਲੰਬਾ ਸਮਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰਗੱਦੀ ਦੀ ਸੇਵਾ ਸੰਭਾਲਣ ਤੋਂ ਪਹਿਲਾਂ ਬਹੁਤ ਲੰਬਾ ਸਮਾਂ ਇਸ ਤਰੀਕੇ ਦੀਆਂ ਜਿਹੜੀਆਂ ਸੇਵਾਵਾਂ ਨੇ ਗੁਰੂ ਪਿਤਾ ਦੇ ਕਹਿਣ ਦੇ ਉੱਤੇ, ਤੇ ਬਾਕੀ ਗੁਰੂ ਸਾਹਿਬ ਜਿਹੜੇ ਗੁਰਗੱਦੀ ਤੇ ਬਿਰਾਜੇ, ਉਹਨਾਂ ਦੇ ਪ੍ਰੋਗਰਾਮ ਦੇ ਮੁਤਾਬਿਕ ਧਰਮ ਪ੍ਰਚਾਰ ਦੇ, ਗੁਰਮਤਿ ਪ੍ਰਚਾਰ ਦੇ ਸੰਬੰਧ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ। ਸ਼ਾਇਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਕੋ ਇੱਕ ਗੁਰੂ ਹਸਤੀ ਨੇ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਜਨਮ ਤੋਂ ਲੈ ਕੇ ਗੁਰਗੱਦੀ ਤੇ ਬਿਰਾਜਣ ਤੱਕ, ਗੁਰਗੱਦੀ ਦੇ ਉੱਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ 1664 ਦੇ ਵਿੱਚ ਬੈਠਦੇ ਨੇ, 1621 ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ। 43 ਸਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਬਣਨ ਤੋਂ ਪਹਿਲਾਂ ਵੱਖ-ਵੱਖ ਗੁਰੂ ਸਾਹਿਬਾਂ ਦੇ ਕੋਲ, ਪਹਿਲਾਂ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ, ਫਿਰ ਆਪਣੇ ਭਤੀਜੇ ਸੰਸਾਰਿਕ ਰਿਸ਼ਤੇ ਵਜੋਂ ਗੁਰੂ ਹਰਿਰਾਏ ਸਾਹਿਬ ਜੀ, ਫਿਰ ਆਪਣੇ ਪੋਤਰੇ ਦੀ ਥਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ। ਤੇ ਉਸ ਤੋਂ ਬਾਅਦ ਫਿਰ 1664 ਨੂੰ, ਮਾਰਚ 1664 ਨੂੰ 9ਵੇਂ ਸਤਿਗੁਰੂ ਦੇ ਰੂਪ ਦੇ ਵਿੱਚ ਪ੍ਰਕਾਸ਼ਮਾਨ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ। ਹਾਂਜੀ, ਸੋ ਇਹ ਬਰੀਫਲੀ ਜਿਹੜਾ ਕਿ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਰਿਵਾਰਕ ਕ੍ਰੋਨੋਲੋਜੀਕਲ ਆਰਡਰ ਉਹਦੇ ਬਾਰੇ ਪਾਤਸ਼ਾਹ ਨੇ ਦੱਸ ਦਿੱਤਾ ਹੈ। ਤੇ ਜਿਸ ਤਰ੍ਹਾਂ ਉਹਨਾਂ ਦੱਸਿਆ ਹੈ ਕਿ ਅਸੀਂ ਬੜੇ ਸੁਭਾਗੇ ਹਾਂ ਕਿ ਸਾਡੀ ਜਨਰੇਸ਼ਨ ਦੇ ਵਿੱਚ ਇੰਨੀਆਂ ਸ਼ਤਾਬਦੀਆਂ, ਅੱਧ ਸ਼ਤਾਬਦੀਆਂ ਆਈਆਂ, ਖਾਲਸੇ ਦਾ 300 ਸਾਲਾ। ਅਤੇ ਇਹ ਵੀ ਸੁਭਾਵਿਕ ਹੈ ਕਿ ਮੈਂ ਭਾਈ ਸਾਹਿਬ ਨਾਲ ਮੈਂ ਗੱਲ ਕਰ ਰਿਹਾ ਸੀ ਕਿ 1975 ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਦਾ 300 ਸਾਲਾ ਸ਼ਹਾਦਤ ਦਾ ਜਦੋਂ ਪ੍ਰੋਗਰਾਮ, ਕਿਉਂ ਸਾਹਿਬ ਸੱਚੇ ਪਾਤਸ਼ਾਹ 1675 ਵਿੱਚ ਸ਼ਹੀਦੀ ਪਾ ਜਾਂਦੇ ਨੇ, ਤੇ ਉਦੋਂ
ਭਾਈ ਸਾਹਿਬ ਵੀ ਸੁਭਾਵਿਕ ਹੀ ਉਸ ਨਗਰ ਕੀਰਤਨ ਲਾ ਲਓ ਜਿਹੜਾ ਅਨੰਦਪੁਰ ਸਾਹਿਬ ਤੋਂ ਚੱਲਿਆ ਸੀ ਦਿੱਲੀ ਨੂੰ, ਉਹਦੇ ਵਿੱਚ ਸਨ, ਭਾਵੇਂ ਅਸੀਂ ਮਿਲੇ ਨਹੀਂ। ਤੇ ਮੈਂ ਇੱਥੋਂ ਇੰਗਲੈਂਡ ਤੋਂ ਚੱਲ ਕੇ ਕਿਉਂਕਿ ਮੈਨੂੰ ਉਹ ਚੱਲ ਹੋਇਆ ਸੀਗਾ ਵੀ ਫਿਲਮ ਬਣਾਉਣੀ ਹੈ। ਸੋ 8 ਮਿਲੀਮੀਟਰ ਦੀ ਫਿਲਮ ਮੈਂ ਉਹ ਸਾਰੇ ਨਗਰ ਕੀਰਤਨ ਦੀ ਤੌਰ ਦਿੱਲੀ ਤੱਕ ਬਣਾਈ ਸੀ, ਜਿਹਦੀ ਕੋਸ਼ਿਸ਼ ਕਰਾਂਗੇ ਉਹ ਕਨਵਰਟ ਹੋ ਗਏ ਤੇ ਇਹਨਾਂ ਦਿਨਾਂ ਵਿੱਚ ਉਹ ਸਿੱਖ ਚੈਨਲ ਤੇ ਵੀ ਦਿਖਾਈ ਜਾਵੇ ਕਿ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਸ਼ਹੀਦੀ ਦਿਵਸ ਸੀ 1675 ਵਿੱਚ, ਉਹ ਦਿੱਲੀ ਤੱਕ ਜੋ ਨਗਰ ਕੀਰਤਨ ਅਨੰਦਪੁਰ ਸਾਹਿਬ ਚੱਲ ਕੇ ਉਹ ਕਿੱਦਾਂ ਦਾ ਸੀ, ਕਿੱਦਾਂ ਕੀ ਮਨਾਇਆ ਗਿਆ। ਸੋ ਅਸੀਂ ਬੜੇ ਹੀ ਚੰਗੇ ਕਰਮਾਂ ਵਾਲੇ ਹਾਂ ਕਿ ਸਾਡੇ ਜੀਵਨ ਕਾਲ ਦੇ ਵਿੱਚ ਇਹ ਦਿਨ ਆਏ ਅਤੇ ਇਹਨਾਂ ਦਿਨਾਂ ਤੋਂ ਅਸੀਂ ਆਪਣੇ ਜੀਵਨ ਸੇਧ ਵਾਸਤੇ ਕੁਝ ਨਾ ਕੋਈ ਰੋਸ਼ਨੀ ਲੈਣੀ ਹੈ ਕਿ ਸਤਿਗੁਰੂ ਕੀ ਪੂਰਨੇ ਪਾ ਗਏ ਨੇ। ਸੋ ਸਾਹਿਬ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਪ੍ਰਕਾਸ਼ ਮਨਾਉਣ ਜਾ ਰਹੇ ਹਾਂ, ਉਹਨਾਂ ਵਾਸਤੇ ਭਾਈ ਸਾਹਿਬ ਜੀ ਥੋੜ੍ਹਾ ਜਿਹਾ ਤੁਸੀਂ ਬਰੀਫਲੀ ਦੱਸ ਦਿੱਤਾ ਹੈ। ਇੱਕ ਕਰੈਕਸ਼ਨ ਕਰਨੀ ਹੈ ਕਿ ਪਿਛਲੇ ਹਫ਼ਤੇ ਸ਼ਾਇਦ ਤੁਹਾਡੇ ਜ਼ਿਹਨ ਦੇ ਵਿੱਚ ਨਹੀਂ ਸੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਿੰਨੀ ਉਮਰ ਵਿੱਚ ਗੱਦੀ ਤੇ ਬੈਠੇ, ਗੁਰਗੱਦੀ ਤੇ ਬੈਠੇ ਸਨ, ਕਿਉਂਕਿ ਉਹ ਟੁੱਟਦਾ ਹੈ ਇਸ ਵੇਲੇ। ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਜੂਨ 1595 ਦਾ ਹੈ ਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਿਸ ਵੇਲੇ ਲਾਹੌਰ ਦੇ ਵਿੱਚ ਸ਼ਹਾਦਤ ਹੁੰਦੀ ਹੈ ਮਈ ਦੇ ਅਖੀਰ ਦੇ ਵਿੱਚ 1606 ਨੂੰ, ਉਸ ਤੋਂ ਬਾਅਦ 1606 ਨੂੰ ਗੁਰਗੱਦੀ ਤੇ ਬਿਰਾਜਦੇ ਨੇ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਉਮਰ ਹੈ ਉਹ 11 ਸਾਲ। ਪਿਛਲੇ ਹਫ਼ਤੇ ਇਹਦੇ ਬਾਰੇ ਗੱਲ ਹੋਈ ਸੀ, ਉਦੋਂ ਉਹਨਾਂ ਦੀ ਜਿਹੜੀ ਉਮਰ ਹੈ ਮੇਰੇ ਧਿਆਨ ਦੇ ਵਿੱਚ ਨਹੀਂ ਸੀ। ਉਹ 11 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਦੀ ਸੇਵਾ ਤੇ ਬਿਰਾਜਦੇ ਨੇ, ਮੀਰੀ ਪੀਰੀ ਦੇ ਮਾਲਕ ਬਣਦੇ ਨੇ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ ਵਾਲੀ ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੈ, 5 ਪਿਆਲੇ 5 ਪੀਰ ਛਤਨ ਪੀਰ ਬੈਠਾ ਗੁਰ ਭਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਉਹ ਜਿਹੜੀ ਘਟਨਾ ਹੈ ਉਹਦਾ ਜ਼ਿਕਰ ਜਿਹੜਾ 11 ਸਾਲ ਦੀ ਉਮਰ ਗੁਰਗੱਦੀ ਦੇ ਬਿਰਾਜਦੇ ਨੇ। ਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ 2 ਤਲਵਾਰਾਂ ਪਹਿਨਦੇ ਨੇ, ਅਕਾਲ ਬੂੰਗੇ ਦੀ ਸਿਰਜਣਾ ਕਰਦੇ ਨੇ, ਜੰਗਾਂ ਯੁੱਧਾਂ ਵਾਲੀ ਤਿਆਰੀ ਕਰਦੇ ਨੇ, ਆਪਣੇ ਸਮੇਂ ਦੇ ਵਿੱਚ 4 ਯੁੱਧ ਲੜਦੇ ਨੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਪਨ ਦੇ ਵਿੱਚ ਛੋਟੀ ਉਮਰ ਦੇ ਵਿੱਚ ਜਿਹੜਾ ਕਰਤਾਰਪੁਰ ਵਾਲਾ ਯੁੱਧ ਹੈ, ਜਿਹੜਾ ਪੈਂਦੇ ਖਾਨ ਜਿਹੜਾ ਇਹਨਾਂ ਦਾ ਪਠਾਨ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਜਲੰਧਰ ਦਾ ਫੌਜਦਾਰ ਸੀ, ਉਹਨਾਂ ਦੇ ਦਰਮਿਆਨ ਦੇ ਵਿੱਚ ਹੁੰਦਾ ਹੈ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਵੇਲੇ ਛੋਟੀ ਉਮਰ ਦੇ ਵਿੱਚ 12-13 ਸਾਲ ਦੀ ਉਮਰ ਦੇ ਵਿੱਚ ਉਸ ਜੰਗ ਦੇ ਵਿੱਚ ਹਿੱਸਾ ਵੀ ਲੈਂਦੇ ਨੇ, ਜਿਹਦਾ ਜ਼ਿਕਰ ਅਸੀਂ ਜਿਸ ਵੇਲੇ ਜੀਵਨ ਗੁਰੂ ਸਾਹਿਬ ਦਾ ਕਰਾਂਗੇ ਉਹਦੇ ਵਿੱਚ ਵੀ ਜ਼ਿਕਰ ਕਰਾਂਗੇ। ਤੇ ਉਹਦੇ ਨਾਲ ਹੀ ਜਿਹੜੀਆਂ ਗੁਰੂ ਸਾਹਿਬ ਦੇ ਸੱਚੇ ਪਾਤਸ਼ਾਹ ਦੀ ਰਚੀ ਹੋਈ ਬਾਣੀ ਹੈ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ 15 ਰਾਗਾਂ ਦੇ ਵਿੱਚ 59 ਸ਼ਬਦ ਦਰਜ ਨੇ। 15 ਰਾਗ ਨੇ। 15ਵਾਂ ਰਾਗ ਜੈ ਜੈਵੰਤੀ ਹੋਰ ਕਿਸੇ ਗੁਰੂ ਹਸਤੀ ਨੇ ਨਹੀਂ ਵਰਤਿਆ, ਉਹਦੀ ਵਰਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀਤੀ ਹੈ। ਤੇ ਉਹਦੇ ਨਾਲ 57 ਸ਼ਲੋਕ ਨੇ ਜਿਨ੍ਹਾਂ ਨੂੰ ਅਸੀਂ ਭੋਗ ਦੇ ਸ਼ਲੋਕ ਕਹਿੰਦੇ ਹਾਂ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਤੇ ਸ਼ਲੋਕ 12 ਤੋਂ ਵਧੀਕ ਦੇ ਸਿਰਲੇਖ ਹੇਠ ਮਹਿਲਾ 9ਵਾਂ ਦੇ ਸਿਰਲੇਖ 'ਚ ਦਰਜ ਨੇ, ਉਹ 57 ਨੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਜੀਵਨ ਦਾ ਬਹੁਤ ਲੰਬਾ ਸਮਾਂ ਉੱਤਰ ਪੱਛਮ ਇਲਾਕੇ ਦੇ ਵਿੱਚ ਪ੍ਰਚਾਰ ਦੌਰੇ ਕਰਦਿਆਂ ਤੇ ਹੋਰ ਸਰਗਰਮੀਆਂ ਕਰਦਿਆਂ ਬੀਤਿਆ। ਇਸੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਉਹ ਤਕਰੀਬਨ ਹਿੰਦੀ ਭਾਸ਼ਾ ਦੇ ਵਿੱਚ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਹਵਾਲੇ ਵੀ ਦਿੱਤੇ ਗਏ ਨੇ, ਉਹ ਵੀ ਹਿੰਦੂ ਮੈਥੋਲੋਜੀ ਦੇ ਨਾਲ ਦਿੱਤੇ ਗਏ ਨੇ। ਤੇ ਉਹਨਾਂ ਦੀ ਜਿਹੜੀ ਗੱਲ ਹੈ ਉਹਦੇ ਵਿੱਚ ਬਹੁਤ ਸਾਰੀਆਂ ਸਿੱਖਿਆਵਾਂ। ਕਈ ਵਾਰੀ ਕਈ ਲੋਕ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਉਹ ਢੈਂਦੀ ਕਲਾਮ, ਐਵੇਂ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਬੈਰਾਗ ਰਸ ਬਹੁਤ, ਉਹ ਵਾਹਿਗੁਰੂ ਤੋਂ ਜਿਹੜਾ ਵਿਛੋੜੇ ਦਾ ਰਸ, ਉਹਦੀ ਵੀ ਗੱਲ ਅਸੀਂ ਸਿਧਾਂਤਕ ਤੌਰ ਤੇ ਕਰਨੀ ਹੈ ਕਿ ਗੁਰੂ ਸਾਹਿਬ ਨੇ ਸਾਡੇ ਵਾਸਤੇ ਕੀ ਸਿੱਖਿਆਵਾਂ ਦਿੱਤੀਆਂ, ਉਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਨੀ। ਡਾਕਟਰ ਸਾਹਿਬ ਇੱਕ ਗੱਲ ਮੈਂ ਹੋਰ ਇੱਥੇ ਐਡ ਕਰਨੀ ਚਾਹੁੰਦਾ, ਸ਼ਾਇਦ ਇਹ ਯੋਗ ਹੋਵੇ। ਸਿੱਖ ਚੈਨਲ ਦਾ ਜਿਹੜਾ ਉਚੇਚਾ ਉਦਮ ਸਿੱਖ ਮਾਸਟਰਮਾਈਂਡ ਹੈ, ਜਿਹਦੇ ਵਾਸਤੇ ਰਜਿਸਟ੍ਰੇਸ਼ਨ ਖੁੱਲੀ ਹੈ, ਤੁਸੀਂ ਸ਼ਾਮਲ ਹੋਣ ਵਾਸਤੇ ਆਪਣਾ ਜਿਹੜੀ ਡਿਟੇਲਸ ਹੈ ਉਹ ਸਾਡੇ ਚੈਨਲ ਸਟੂਡੀਓ ਦੇ ਸਕਦੇ ਹੋ। ਉਹ ਜਿਹੜੇ ਮਾਸਟਰਮਾਈਂਡ ਦੇ ਸਵਾਲ ਨੇ, ਉਹ ਬਹੁਤ ਸਾਰੇ ਸਵਾਲ, ਮੈਂ ਜੇ ਕਹਾਂ ਜੇ ਸਾਰੇ ਨਹੀਂ ਤਾਂ 90% ਜਿਹੜੇ ਸਵਾਲ ਨੇ
ਉਹ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਸਾਡੇ ਬਹੁਤ ਸਿੱਖ ਫਿਲਾਸਫੀ ਦੇ ਜਿਹੜੇ ਪ੍ਰੋਗਰਾਮਾਂ ਜਿਹੜਾ ਏਰੀਆ ਅਸੀਂ ਕਵਰ ਕਰਾਂਗੇ, ਜਿਹੜੇ ਹਵਾਲੇ ਦੇਵਾਂਗੇ, ਉਹਨਾਂ ਤੇ ਆਧਾਰਿਤ ਹੀ ਉਹ ਸਵਾਲ ਹੋਣਗੇ। ਤੇ ਜਿਨ੍ਹਾਂ ਨੇ ਸਿੱਖ ਮਾਸਟਰਮਾਈਂਡ ਇਸ ਸਾਲ ਹਿੱਸਾ ਲੈਣਾ ਹੈ, ਉਹ ਇਸ ਪ੍ਰੋਗਰਾਮ ਨੂੰ ਬਹੁਤ ਧਿਆਨ ਨਾਲ ਸੁਣਨ ਤੇ ਬੇਸ਼ੱਕ ਆਪਣੇ ਕੋਲ ਪੈਨ ਦੇ ਪੇਪਰ ਵੀ ਰੱਖਣ, ਤੇ ਜੇ ਕੋਈ ਨੋਟ ਕਰਨ ਦੀ ਲੋੜ ਪਵੇ ਤੇ ਨੋਟ ਕਰ ਲੈਣ। ਉਹ ਲੋਕ ਅਕਸਰ ਸਾਨੂੰ ਕਹਿੰਦੇ ਰਹਿੰਦੇ ਨੇ, ਪੁੱਛਦੇ ਰਹਿੰਦੇ ਨੇ, ਸਵਾਲ ਕਰਦੇ ਨੇ ਕਿ ਅਸੀਂ ਤਿਆਰੀ ਕਿੱਥੋਂ ਕਰੀਏ। ਅਸੀਂ ਬੜੀ ਕੋਸ਼ਿਸ਼ ਕਰਕੇ ਸਾਰੇ ਸਰੋਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਪ੍ਰੋਗਰਾਮ ਕਰਨ ਦਾ ਯਤਨ ਕਰਨਾ ਹੈ। ਇਹਦੇ ਵਿੱਚੋਂ ਉਹਨਾਂ ਲੋਕਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲ ਸਕਦੀ ਹੈ ਜਿਨ੍ਹਾਂ ਨੇ ਸਿੱਖ ਮਾਸਟਰਮਾਈਂਡ ਦੇ ਵਿੱਚ ਹਿੱਸਾ ਲੈਣਾ ਹੈ। ਹਾਂਜੀ ਡਾਕਟਰ ਸਾਹਿਬ। ਹਾਂਜੀ, ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਅਸੀਂ ਬਾਅਦ ਵਿੱਚ ਵੀ ਉਹਦੇ ਉੱਤੇ ਭਾਈ ਸਾਹਿਬ ਚਾਨਣਾ ਪਾਉਣਗੇ ਕਿ ਕਰਤਾਰਪੁਰ ਦੀ ਜੰਗ, ਜਿਹਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵੇਲੇ ਛੋਟੀ ਆਯੂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਉਹਦੇ ਵਿੱਚ ਹਿੱਸਾ ਲੈਂਦੇ ਨੇ, ਜਿਹਦਾ ਪੈਂਦੇ ਖਾਂ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਪਾਲਿਆ ਸੀ ਤੇ ਬਾਅਦ ਵਿੱਚ ਉਹ ਨਿਮਕ ਹਰਾਮ ਹੋ ਜਾਂਦਾ। ਦੂਸਰੇ ਪਾਸੇ ਇਸ ਕਰਤਾਰਪੁਰ ਦੀ ਜੰਗ ਦੇ ਵਿੱਚ ਉਹ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਆਉਂਦਾ ਅਤੇ ਇਤਿਹਾਸ ਕਹਿੰਦਾ ਕਿ ਉਹ ਤਕੜਾ ਇੰਨਾ ਸੀ ਪੈਂਦੇ ਖਾਂ ਕਿ ਉਹਦੀ ਜਿਹੜੀ ਜੰਗ ਦੀ ਟੈਕਨੀਕ ਸੀ, ਉਹ ਜਿਹੜਾ ਸਾਹਮਣੇ ਲੜਦਾ ਸੀ ਉਹਦੇ ਘੋੜੇ ਦੇ ਥੱਲੇ ਵੜ ਜਾਂਦਾ, ਘੋੜੇ ਨੂੰ ਸਵਾਰ ਸਣੇ ਚੁੱਕ ਕੇ ਮਾਰਦਾ ਤੇ ਘੋੜਾ ਵੀ ਡਿੱਗ ਪੈਂਦਾ ਤੇ ਉਹ ਜਿਹੜਾ ਉੱਤੇ ਸਵਾਰ ਸੀ ਉਹਦੇ ਉੱਤੇ ਫਤਿਹ ਪਾ ਲੈਂਦਾ। ਇਹ ਜਦੋਂ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਆਇਆ ਤੇ ਨੱਠ ਕੇ ਘੋੜੇ ਥੱਲੇ ਵੜਿਆ, ਚੁੱਕਣਾ ਚਾਹਿਆ ਤਾਂ ਉਹ ਮੀਰੀ ਪੀਰੀ ਦਾ ਮਾਲਕ, ਉਹ ਕਿੱਥੋਂ ਚੁੱਕ ਹੁੰਦਾ ਸੀ, ਘੋੜਾ ਹਿੱਲਿਆ ਵੀ ਨਹੀਂ। ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਢਾਲ ਦਾ ਵਾਰ ਕੀਤਾ ਤੇ ਉੱਥੇ ਪੈਂਦੇ ਖਾਂ ਢਾਲ ਹੋਇਆ। ਸਤਿਗੁਰੂ ਘੋੜੇ ਤੋਂ ਉਤਰੇ, ਆਖਿਆ ਪੈਂਦੇ ਖਾਂ ਪੜ੍ਹ ਲਾ ਕਰ ਲਾ ਆਪਣੇ ਅੱਲਾ ਨੂੰ ਯਾਦ। ਤੇ ਉਸ ਵੇਲੇ ਪੈਂਦੇ ਖਾਂ ਨੇ ਫਿਰ ਆਖਿਆ ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ ਸੀ, ਹੁਣ ਮੇਰੇ ਤੁਸੀਂ ਹੋ ਜੋ ਕੁਝ ਵੀ ਹੈ। ਉਸ ਜੰਗ ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਬੜੀ ਬਹਾਦਰੀ ਨਾਲ ਉਸ ਲੜੇ, ਜਿਹਦਾ ਭਾਈ ਸਾਹਿਬ ਨੇ ਜ਼ਿਕਰ ਕਰਨਾ ਹੈ। ਤੇ ਦੂਸਰਾ ਭਾਈ ਸਾਹਿਬ ਵੀ ਥੋੜਾ ਜਿਹਾ ਦੱਸ ਦਿਓ, ਜਿਹੜਾ ਤੁਸੀਂ ਹੁਣ ਨਾਮ ਆਪ ਦੱਸਿਆ ਕਿ ਮਾਸਟਰਮਾਈਂਡ ਚੱਲ ਆਉਣਾ ਜੋ ਉਹ ਕਦੋਂ ਸ਼ੁਰੂ ਕਰਨਾ ਹੈ, ਤੇ ਉਹ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਤੇ ਹੋਵੇਗਾ ਜਾਂ ਹੋਰ ਬਾਹਰੋਂ ਵੀ ਹੈ, ਤੇ ਉਹਦੇ ਵਿੱਚ ਕੌਣ ਆ ਸਕਦੇ ਨੇ? ਉਹਦੇ ਵਾਸਤੇ ਅਸੀਂ ਆਪਣੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਖੋਲੀ ਹੋਈ ਹੈ ਪਿਛਲੇ ਸ਼ਨੀਚਰਵਾਰ ਤੋਂ। ਉਹ 4 ਹਫ਼ਤੇ ਵਾਸਤੇ। ਹਾਂਜੀ, ਡੇਟ ਨਹੀਂ ਫਿਕਸ ਕੀਤੀ ਹਾਲੇ ਕਦੋਂ ਹੋਣਾ? ਨਹੀਂ ਜੀ, ਡੇਟ ਫਿਕਸ ਕੀਤੀ ਹੈ, 4 ਹਫ਼ਤੇ ਵਾਸਤੇ ਉਹਦੀ ਰਜਿਸਟ੍ਰੇਸ਼ਨ ਲਵਾਂਗੇ ਅਸੀਂ। ਅੱਛਾ, ਠੀਕ ਹੈ। ਔਰ ਉਸ ਤੋਂ ਬਾਅਦ ਜਿੰਨੇ ਲੋਕ ਅਪਲਾਈ ਕਰਨਗੇ ਉਹਨਾਂ ਦੇ ਵਿੱਚੋਂ ਫਿਰ ਅਸੀਂ ਗਰੁੱਪਿੰਗ ਕਰਕੇ ਉਹਨਾਂ ਦੀ ਫਿਰ ਅਸੀਂ ਅਪ੍ਰੈਲ ਦੇ ਅੱਧ ਜਾਂ ਅਪ੍ਰੈਲ ਦੇ ਅਖੀਰ ਤੱਕ ਅਸੀਂ ਉਹਦੀ ਜਿਹੜੀ ਰਿਕਾਰਡਿੰਗ ਸ਼ੁਰੂ ਕਰ ਦਿਆਂਗੇ ਤੇ ਉਹਨਾਂ ਨੂੰ ਸਾਰੇ ਪ੍ਰੋਗਰਾਮ ਨੂੰ ਤਿਆਰ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੋਂ ਥੋੜਾ ਸਮਾਂ ਬਾਅਦ ਵਿੱਚ, ਜਿਸ ਵੇਲੇ ਪ੍ਰਕਾਸ਼ ਪੁਰਬ ਦੇ ਸਮਾਗਮ ਸਾਰੇ ਨਿਭ ਜਾਣਗੇ, ਉਸ ਤੋਂ ਬਾਅਦ ਬ੍ਰੌਡਕਾਸਟਿੰਗ ਸ਼ੁਰੂ ਕਰਾਂਗੇ। ਤੇ ਉਹਦੇ ਲਈ ਮੈਜੋਰਿਟੀ ਜਿਹੜਾ ਹੈਗਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਤੇ ਹੀ ਆਧਾਰਿਤ ਹੋਵੇਗਾ। ਪਰ ਉਹਦੇ ਨਾਲ ਜਦੋਂ ਅਸੀਂ ਸੈਮੀਫਾਈਨਲ ਤੇ ਫਾਈਨਲ 'ਚ ਪਹੁੰਚਾਂਗੇ, ਉਸ ਵੇਲੇ ਜਿਹੜੀ ਸਾਡੀ ਆਮ ਜਾਣਕਾਰੀ, ਜਿਹਨੂੰ ਜਨਰਲ ਨੌਲੇਜ ਕਹਿੰਦੇ ਆ, ਉਹ ਇੱਕ ਵਿਸ਼ਾ ਉਹਦੇ ਵਿੱਚ ਐਡ ਕੀਤਾ ਜਾਏਗਾ। ਤੇ ਬਾਕੀ ਦਾ ਜਿਹੜਾ ਸਾਰਾ ਹੀ ਹੋਏਗਾ ਉਹ ਗੁਰੂ ਸਾਹਿਬ ਦਾ ਜੀਵਨ, ਉਹਨਾਂ ਦੀ ਬਾਣੀ, ਖਾਸ ਕਰਕੇ ਜਿਹੜੇ ਉਹਨਾਂ ਦੇ ਸ਼ਲੋਕ ਨੇ 57 ਸ਼ਲੋਕ, ਜਿਹਨੂੰ ਅਸੀਂ ਭੋਗ ਦੇ ਸ਼ਲੋਕ ਆਖਦੇ ਹਾਂ, ਉਹਨਾਂ ਦੇ ਉੱਤੇ ਉਹਨਾਂ ਦਾ ਸਿਧਾਂਤ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਫਿਲਾਸਫੀ, ਉਹਨਾਂ ਦੀ ਸਿੱਖਿਆ, ਉਹਨਾਂ ਦੇ ਉੱਤੇ ਗੱਲ ਕਰਨ ਦਾ ਯਤਨ ਕਰਾਂਗੇ। ਕੋਸ਼ਿਸ਼ ਇਹੀ ਹੈ ਕਿ ਜਿਹੜੇ ਲੋਕ ਸਾਡੇ ਦਰਸ਼ਕ ਸਿੱਖ ਚੈਨਲ ਦੇ ਘਰ ਬੈਠ ਕੇ ਪ੍ਰੋਗਰਾਮ ਦੇਖਦੇ ਨੇ, ਉਹਨਾਂ ਨੂੰ ਇਹਨਾਂ ਪ੍ਰੋਗਰਾਮਾਂ ਰਾਹੀਂ ਹੀ ਸਾਡਾ ਇਤਿਹਾਸ ਹੈ, ਸਾਡੀ ਸਿੱਖਿਆ ਹੈ, ਉਹਦੀ ਜਾਣਕਾਰੀ ਮਿਲ ਜਾਵੇ। ਪਹਿਲਾਂ 3 ਵਾਰੀ ਸਿੱਖ ਚੈਨਲ ਨੇ ਸਿੱਖ ਮਾਸਟਰਮਾਈਂਡ ਕੰਪੀਟੀਸ਼ਨ ਕੀਤਾ, ਬਹੁਤ ਚੰਗਾ ਉਹਦਾ ਰਿਸਪਾਂਸ ਆਇਆ ਸੀ ਪਹਿਲਾਂ, ਤੇ ਐਤਕੀ ਫਿਰ ਆਸ ਰੱਖਦੇ ਹਾਂ ਕਿ ਚੰਗੇ ਸਿਆਣੇ ਲੋਕ ਉਦਮ ਕਰਕੇ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਪੂਰੀ ਤਿਆਰੀ ਕਰਕੇ, ਪੜ੍ਹ ਕੇ, ਮਿਹਨਤ ਕਰਕੇ ਫਿਰ ਉਹ ਕੰਪੀਟੀਸ਼ਨ ਦਾ ਹਿੱਸਾ ਬਣਨਗੇ, ਤਾਂ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੂਰੇ ਸੰਸਾਰ 'ਚ ਫਸੇ ਸਿੱਖ ਚੈਨਲ ਦੇ ਜਿਹੜੇ ਦਰਸ਼ਕ ਨੇ ਉਹ ਇਸ ਗੱਲ ਤੋਂ ਲਾਭ ਲੈ ਸਕਣ। ਹਾਂਜੀ, ਇਹਦੇ ਵਿੱਚ ਜਿਹੜੇ ਪਾਰਟਿਸਿਪੈਂਟ ਹੋਣੇ, ਜਿਹਨਾਂ ਨੇ ਸ਼ਾਮਲ ਹੋਣਾ, ਉਹਨਾਂ ਵਾਸਤੇ ਕੋਈ ਕੰਡੀਸ਼ਨ ਹੈ, ਕੋਈ ਉਮਰ ਦਾ ਤਕਾਜ਼ਾ ਹੈ, ਜਾਂ ਕੋਈ ਵੀ ਇਹਦੇ ਵਿੱਚ ਆ ਸਕਦਾ ਹੈ?
ਸਾਡੇ ਵਰਗੀ ਲਾ ਸਕਦੇ ਅਸੀਂ ਨੇ। ਉਹਦੇ ਵਿੱਚ ਬੱਚਿਆਂ ਨੂੰ ਨਹੀਂ ਲਵਾਂਗੇ। ਅੱਛਾ, ਜੂਸ ਆ ਕਿੰਨੀ ਉਮਰ ਸਕਦਾ, ਤੁਸੀਂ? ਨੌਜਵਾਨ 18 ਸਾਲ ਤੋਂ ਉੱਪਰ ਦੀ ਗੱਲ ਕਰਾਂਗੇ ਅਸੀਂ। ਠੀਕ ਹੈ, ਠੀਕ ਹੈ, ਠੀਕ ਹੈ। ਇਹ ਵੀ ਇੱਕ ਸਵਾਲ ਆਇਆ ਸੀਗਾ ਵੀ ਕਈ ਵਾਰੀ ਬੱਚਿਆਂ ਨੂੰ, ਸਾਡੇ ਨੌਜਵਾਨਾਂ ਨੂੰ ਬਹੁਤੀ ਪੰਜਾਬੀ ਤੇ ਪਕੜ ਨਹੀਂ ਹੁੰਦੀ, ਉਹ ਜਿਨ੍ਹਾਂ ਦੀ ਕੋਈ ਇਹੋ ਜਿਹੀ ਸਮੱਸਿਆ ਹੋਏਗੀ ਉਹਦੇ ਵਾਸਤੇ ਉਹਨਾਂ ਦੇ ਸਵਾਲ ਅੰਗਰੇਜ਼ੀ ਦੇ ਵਿੱਚ ਵੀ ਕੀਤੇ ਜਾ ਸਕਦੇ। ਅਸੀਂ ਬੋਲੀ ਦੀ ਕੋਈ ਸਮੱਸਿਆ ਨਹੀਂ ਆਉਣ ਦਿਆਂਗੇ। ਇਸ ਪੱਖੋਂ ਸਾਰੇ ਜਿਹੜੇ ਲੋਕ ਨੇ ਉਹ ਨਿਸ਼ਚਿੰਤ। ਹਾਂਜੀ। ਸੋ ਇਹ ਜੋ ਸਿੱਖ ਮਾਸਟਰਮਾਈਂਡ ਆਉਣ ਵਾਲਾ ਹੈ, ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ ਅਤੇ ਉਹਦੇ ਵਿੱਚ ਉਹਦਾ ਸਾਡਾ ਮਕਸਦ ਫਿਰ ਦੁਬਾਰਾ ਇਹ ਹੋਵੇਗਾ ਕਿ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੀਵਨ ਦੀ ਟੀਚਿੰਗ, ਉਹਨਾਂ ਦੇ ਬਾਰੇ, ਉਹਨਾਂ ਦੀ ਬਾਣੀ ਦੀ ਵਿਆਖਿਆ, ਉਹਦੇ ਬਾਰੇ ਗੱਲ ਕੀਤੀ ਜਾਵੇ, ਤਾਂ ਕਿ ਇਹ 400 ਸਾਲਾ ਬਸ ਜਿਸ ਤਰ੍ਹਾਂ ਕਹਿੰਦੇ ਅਸੀਂ ਦੀਵਾਨ ਲਾ ਕੇ ਤੇ ਨਗਰ ਕੀਰਤਨ ਕਰਕੇ ਚੱਲੀਏ, ਚੰਗਾ ਜੀ ਬਹੁਤ ਸੋਹਣਾ, ਉੱਥੇ ਲੰਗਰ ਵੀ ਬਹੁਤ ਸੋਹਣਾ ਸੀ, ਨਹੀਂ, ਅਸੀਂ ਸਾਹਿਬ ਸੱਚੇ ਪਾਤਸ਼ਾਹ ਜੀਵਨ ਕਾਲ ਤੋਂ ਕੁਝ ਸਿੱਖਣਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਹਾਦਤ ਦੇ ਜਾਂਦੇ ਨੇ ਤੇ ਉਹਦੇ ਬਾਰੇ ਸਾਹਿਬਾਂ ਨੇ ਕਿਉਂ ਸ਼ਹਾਦਤ ਦਿੱਤੀ, ਕਿੱਦਾਂ ਹੋਈ, ਕਿਸ ਕਾਰਨ ਕਰਕੇ ਹੋਈ, ਅਤੇ ਇਹ ਵੀ ਮੈਂ ਭਾਈ ਸਾਹਿਬ ਨੂੰ ਪੁੱਛਾਂਗਾ ਕਿ ਅੱਜ ਜਿਹੜੀ ਸ਼ਹਾਦਤ ਦੇ ਚੁੱਕੇ ਨੇ, ਜਿਨ੍ਹਾਂ ਵਾਸਤੇ ਦਿੱਤੀ ਸੀ, ਉਹਨਾਂ ਨੇ ਕੀ ਫਲ ਉਹਦਾ ਪਾਇਆ। ਖੈਰ, ਆਪਾਂ ਗੱਲ ਕਰ ਰਹੇ ਸਾਂ। ਭਾਈ ਸਾਹਿਬ ਜੀ, ਇੱਕ ਦੋ ਸਵਾਲ ਜਿਹੜੇ ਪਿਛਲੇ ਨੇ ਉਹਨਾਂ ਦੇ ਜਵਾਬ ਹੁਣ ਟੁੱਕਦੇ ਨੇ, ਬਣਦੇ ਨੇ ਕਿ ਆਪਾਂ ਗੱਲ ਕੀਤੀ ਸੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਉਹ ਥੋੜ੍ਹੀ ਜਿਹੀ ਗੱਲ ਕਲੀਅਰ ਨਹੀਂ ਹੋਈ ਵੀ ਇਹਨਾਂ ਤੋਂ ਵੱਡਾ ਕੌਣ ਹੈ, ਇਹਨਾਂ ਦੇ ਉੱਤੇ ਕੌਣ ਹੈ, ਇਹਨਾਂ ਨੂੰ ਬਦਲਣਾ ਹੋਵੇ ਕੀ ਪ੍ਰੋਸੀਜਰ ਹੈ, ਕੀ ਪ੍ਰੋਸੀਜਰ ਅਡਾਪਟ ਕੀਤਾ ਜਾਂਦਾ, ਕਿੱਦਾਂ ਹੋ ਜਾਏ, ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ, ਕਲੀਅਰ ਕਰੋ। ਮੌਜੂਦਾ ਸਿਸਟਮ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜ਼ੈਕਟਿਵ ਕਮੇਟੀ ਹੈ, ਉਹ ਹੀ ਇਹਦੇ ਬਾਰੇ ਫੈਸਲੇ ਲਈ। ਹਰਿਮੰਦਰ ਸਾਹਿਬ ਦੇ ਗ੍ਰੰਥੀ ਨੇ ਜਿਹੜੇ, ਉਹ ਤੇ ਇੰਪਲੋਈ ਨੇ, ਮੁਲਾਜ਼ਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਬੇਸ਼ੱਕ ਉਹਨਾਂ ਦੀ ਪਦਵੀ ਬਹੁਤ ਸਤਿਕਾਰਯੋਗ ਹੈ, ਬਹੁਤ ਹੀ ਮਾਣ ਕਰਨਯੋਗ ਹੈ, ਉਸ ਤੋਂ ਉੱਚੀ ਹੋਰ ਪਦਵੀ ਸੰਸਾਰ ਦੇ ਉੱਤੇ ਸਿੱਖਾਂ ਵਾਸਤੇ ਹੁੰਦੀ ਨਹੀਂ, ਪਰ ਫਿਰ ਵੀ ਪ੍ਰਬੰਧਕ ਸਿਸਟਮ ਦੇ ਵਿੱਚ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਉਹਨਾਂ ਦੇ ਬਾਰੇ ਦੇ ਵਿੱਚ ਫੈਸਲਾ ਕਰਦੀ ਹੈ। ਜਿੱਥੋਂ ਤੱਕ ਸਵਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੈ, ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹੁੰਦੇ, ਪਰ ਉਹਨਾਂ ਦੀ ਨਿਯੁਕਤੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਕੀਤੀ ਜਾਂਦੀ ਹੈ। ਔਰ ਬਹੁਤ ਲੰਬਾ ਸਮਾਂ ਪਹਿਲਾਂ, ਜਿਸ ਵੇਲੇ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਐਕਟਿੰਗ ਜਥੇਦਾਰ ਸਨ ਅਕਾਲ ਤਖ਼ਤ ਸਾਹਿਬ ਦੇ, ਉਸ ਵੇਲੇ ਕੁਝ ਵਿਦਵਾਨਾਂ ਨੇ ਬੈਠ ਕੇ ਵਿਚਾਰ ਕੀਤਾ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ, ਉਹਦੀ ਸੇਵਾ ਮੁਕਤੀ, ਉਹਦਾ ਕਾਰਜ ਖੇਤਰ, ਉਹਦੇ ਅਧਿਕਾਰ, ਉਹ ਪੰਥ ਵੱਲੋਂ ਨਿਯਤ ਕਰ ਲੈਣੇ ਚਾਹੀਦੇ, ਤਾਂ ਕਿ ਇਹਨੂੰ ਇੱਕ ਐਵੇਂ ਸਿਆਸੀ ਲੋਕ ਆਪਣੇ ਮਕਸਦ ਵਾਸਤੇ ਹੀ ਕਿਸੇ ਨੂੰ ਰੱਖ ਲਿਆ ਤੇ ਕਿਸੇ ਨੂੰ ਕੱਢ ਦਿੱਤਾ ਤੇ ਕਿਸੇ ਦਾ ਮਤਲਬ ਇਸ ਤਰੀਕੇ ਨਾਲ ਨਾ ਕਰ ਸਕੇ। ਉਹ 2 ਦਫਾ ਫੈਸਲਾ ਹੋ ਕੇ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਗਿਆ ਕਿ ਇਹਦੇ ਸੰਬੰਧ ਵਿੱਚ ਬਕਾਇਦਾ ਤੌਰ ਤੇ ਪੰਥ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਦਾ ਇਕੱਠ ਕਰਕੇ ਇਹਦੇ ਬਾਰੇ ਫੈਸਲਾ ਕੀਤਾ ਜਾਏ। ਉਸ ਤੋਂ ਬਾਅਦ ਜਿਸ ਵੇਲੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਹੋਰੀ ਜਥੇਦਾਰ ਲੱਗ ਕੇ ਆਏ, ਉਦੋਂ ਫਿਰ ਇਹ ਮੂਵ ਦੁਬਾਰਾ ਫਿਰ ਕੀਤਾ ਗਿਆ। ਪਰ ਜਾਪਦਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ਼ ਜਿਹੜੇ ਸਿਆਸਤਦਾਨ ਨੇ, ਉਹ ਨਹੀਂ ਚਾਹੁੰਦੇ ਕਿ ਪੰਥ ਦੇ ਸਾਹਮਣੇ ਇੱਕ ਨਿਰੋਲ, ਇੱਕ ਸਪਸ਼ਟ ਉਹ ਜਿਹੜਾ ਸਾਰਾ ਸਿਸਟਮ ਹੈ ਉਹ ਸੈਟਅਪ ਕਰ ਦਿੱਤਾ ਜਾਏ, ਤਾਂ ਕਿ ਆਉਣ ਵਾਲੇ ਸਮੇਂ 'ਚ ਉਹ ਮਨਮਰਜ਼ੀਆਂ ਨਾ ਕਰ ਸਕਣ। ਅੱਜ ਇਹੀ ਹੁੰਦਾ ਹੈ, ਜਿਸ ਧੜੇ ਨੂੰ ਜਿਹੜਾ ਸ਼ਖਸ ਫਿੱਟ ਬਹਿੰਦਾ ਹੈ ਉਹਦੀ ਨਿਯੁਕਤੀ ਹੋ ਜਾਂਦੀ ਹੈ, ਜਿਹੜਾ ਫਿੱਟ ਨਹੀਂ ਬਹਿੰਦਾ ਉਹਦੀ ਸੇਵਾ ਮੁਕਤੀ ਹੋ ਜਾਂਦੀ ਹੈ। ਬੇਸ਼ੱਕ ਸੰਸਾਰ 'ਚ ਵਾਸਤੇ ਹਰੇਕ ਸਿੱਖ ਵਾਸਤੇ ਇਹ ਦੋਨੋਂ ਹੀ ਪਦਵੀਆਂ ਬਹੁਤ ਹੀ ਸਤਿਕਾਰਯੋਗ ਨੇ, ਪਰ ਪ੍ਰਬੰਧ ਦੇ ਹਿਸਾਬ ਦੇ ਨਾਲ ਇਹਨਾਂ ਪਦਵੀਆਂ ਦਾ ਉਹ ਸਤਿਕਾਰ ਉਹਨਾਂ ਲੋਕਾਂ ਨੇ ਕਾਇਮ ਨਹੀਂ ਰਹਿਣ ਦਿੱਤਾ। ਜੇ ਸਤਿਕਾਰ ਦੀਆਂ ਇਹ ਜਿਹੜੇ ਪਦਵੀਆਂ ਸਨ, ਉਹ ਜੇ ਸਤਿਕਾਰ ਦੀ ਮੰਗ ਕਰਦੀਆਂ ਸੀ, ਇਹ ਨਹੀਂ ਹੋ ਸਕਿਆ। ਇਹ ਸਾਡੀ ਬਦਕਿਸਮਤੀ ਹੈ।
ਜਾਂ ਸਾਡੀ ਢਿੱਲ ਮੱਠ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਪ੍ਰਬੰਧ ਦੇ ਨਾਂ ਦੇ ਉੱਤੇ ਅੱਜ ਇਹਨਾਂ ਸੰਸਥਾਵਾਂ ਤੇ ਕਾਬਜ਼ ਹੋ ਬੈਠੇ ਨੇ, ਉਹਨਾਂ ਨੂੰ ਮਜਬੂਰ ਨਹੀਂ ਕਰ ਸਕੇ ਕਿ ਇਹੋ ਜਿਹਾ ਸਿਸਟਮ ਬਣਾਉਣ। ਇਹ ਕੋਈ ਚੰਗਾ ਵਧੀਆ ਸਿਸਟਮ ਨਹੀਂ ਹੈ। ਇਹ ਗੱਲ ਨਹੀਂ ਹੈ ਕਿ ਇਹ ਬਹੁਤ ਵਧੀਆ ਹੈਗਾ, ਇਸ ਤੋਂ ਵਧੀਆ ਹੋਰ ਕੁਝ ਹੋ ਨਹੀਂ ਸਕਦਾ। ਹਾਂ, ਇਹ ਜ਼ਰੂਰ ਹੈ ਕਿ ਸਾਡੇ ਕੋਲੋਂ ਅਜੇ ਤੱਕ ਉਹਦੇ ਬਦਲਦੇ ਰੂਪ ਦੇ ਵਿੱਚ ਜਿਹੜਾ ਸਿਸਟਮ ਹੈ ਉਹ ਨਹੀਂ ਦਿੱਤਾ ਜਾ ਸਕਿਆ, ਅੱਜ ਤੱਕ ਇਸੇ ਤਰ੍ਹਾਂ ਹੀ ਚੱਲਦਾ ਹੈ। ਹਾਂਜੀ, ਕੀ ਹੌਲੀ ਸੋਲੀ ਜੇ ਕਹਿ ਲਈਏ, ਹੌਲੀ ਸੋਲੀ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਜ਼ਿੰਮੇਵਾਰ ਹੈ, ਉਹੀ ਇਹਨਾਂ ਨੂੰ ਥਾਪਦੀ ਹੈ ਤੇ ਉਹੀ ਲਾ ਸਕਦੀ ਹੈ। ਹਾਂਜੀ, ਇਹ ਗੱਲ ਠੀਕ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹ ਫੈਸਲੇ ਲੈਣ ਵਾਸਤੇ ਆਜ਼ਾਦ ਨਹੀਂ ਹੈ। ਉਹਨੂੰ ਵੀ ਜਿਹੜੇ ਉੱਪਰਲੇ ਰਾਜਨੀਤਿਕ ਆਗੂ ਨੇ ਜਿੱਦਾਂ ਉਹਨਾਂ ਨੂੰ ਕਹਿੰਦੇ ਨੇ ਉਦਾਂ ਹੀ ਚੱਲਦੇ ਨੇ। ਸਮੇਂ ਦਾ ਸੱਚ ਇਹ ਹੀ ਹੈ, ਕੌੜਾ ਸੱਚ ਹੈ। ਸਮੇਂ ਦਾ ਕੌੜਾ ਸੱਚ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਇੰਨੀ ਹਿੰਮਤ ਹੀ ਨਹੀਂ ਕਿ ਉਹ ਆਪਣੀ ਮਰਜ਼ੀ ਦਾ ਫੈਸਲਾ ਕਰ ਸਕਣ। ਕਦੇ ਰਾਜਨੀਤਿਕਾਂ ਨੂੰ ਫਾਇਦਾ ਦੇਣ ਵਾਸਤੇ ਉਹ ਨਾਨਕਸ਼ਾਹੀ ਕੈਲੰਡਰ ਖਤਮ ਕਰਦੇ ਨੇ, ਕਦੇ ਗੁਰਪੁਰਬਾਂ ਦੀਆਂ ਤਰੀਕਾਂ ਦੇ ਵਿੱਚ ਤਾਂ ਠਾਂ ਕਰਦੇ ਨੇ, ਕਦੇ ਕਿਸੇ ਗੁਨਾਹਗਾਰ ਨੂੰ ਬਖਸ਼ ਦਿੰਦੇ ਨੇ, ਕਦੇ ਕਿਸੇ ਨੂੰ ਮਤਲਬ ਮਾਫੀ ਦੇ ਦਿੱਤੀ ਜਾਂਦੀ ਹੈ, ਕਿਸੇ ਨੂੰ ਛੇਕ ਦਿੱਤਾ ਜਾਂਦਾ ਹੈ। ਇਹ ਜਿਹੜੀਆਂ ਗੱਲਾਂ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਵਾਸਤੇ ਬਹੁਤੀਆਂ ਚੰਗੀਆਂ ਨਹੀਂ। ਅੱਜ ਦਾ ਸਿੱਖ ਸਿਰਫ ਪੰਜਾਬ ਦੀ ਸਿਆਸਤ ਦੇ ਅਧੀਨ ਹੀ ਤੱਕ ਸੀਮਤ ਨਹੀਂ ਹੈ। ਪੰਜਾਬ ਦੇ ਸਿੱਖਾਂ ਦੀ ਤਾਂ ਸਿਆਸਤ ਹੋਏਗੀ ਨਾ, ਉਹਨਾਂ ਨੂੰ ਆਪਣੇ ਸਿਆਸਤਦਾਨਾਂ ਦਾ ਕੋਈ ਮਤਲਬ ਹੋਏਗਾ। ਹੁਣ ਬਾਹਰ ਇੰਗਲੈਂਡ, ਅਮਰੀਕਾ, ਕੈਨੇਡਾ ਜਾਂ ਬਾਕੀ ਦੇਸ਼ਾਂ 'ਚ ਬੈਠੇ ਜਿਹੜੇ ਸਿੱਖ ਨੇ ਉਹਨਾਂ ਦਾ ਕੀ ਹਿੱਤ ਹੈਗਾ ਉਹਨਾਂ ਸਿਆਸਤਦਾਨਾਂ ਨਾਲ। ਇਸ ਕਰਕੇ ਉਹ ਬਾਰ-ਬਾਰ ਆਪਣਾ ਸਵਾਲ ਪੁੱਛਦੇ ਨੇ। ਮੈਂ ਵਿੱਚ ਬਹਿ ਕੇ ਵੇਖਿਆ ਤੇ ਉਹ ਕੋਸ਼ਿਸ਼ ਵੀ ਕਰਦੇ ਨੇ ਕਿ ਜਿਹੜੇ ਪੰਜਾਬ ਤੋਂ ਬਾਹਰਲੇ ਸਿੱਖ ਨੇ ਉਹਨਾਂ ਦੀ ਬਹੁਤੀ ਗੱਲ ਸੁਣੀ ਨਾ ਜਾਏ, ਕਿਉਂਕਿ ਇਹਨਾਂ ਨੇ ਉਹ ਗੱਲ ਕਰਨੀ ਹੈ ਜਿਹੜੀ ਉਹਨਾਂ ਨੂੰ ਸੂਟ ਨਹੀਂ ਕਰਦੀ। ਉਹਨਾਂ ਨੇ ਇਹਨਾਂ ਤੋਂ ਕੋਈ ਫਾਇਦਾ ਨਹੀਂ ਲੈਣਾ ਹੁੰਦਾ, ਕੋਈ ਮਕਸਦ ਨਹੀਂ ਹੱਲ ਕਰਾਉਣਾ ਹੁੰਦਾ। ਇਸ ਕਰਕੇ ਇਹੋ ਜਿਹੀ ਹਾਲਤ ਬਣ ਗਈ ਹੈ। ਮੇਰੀ ਅਰਦਾਸ ਆ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਤ ਦੇਵੇ ਸਿੱਖਾਂ ਨੂੰ, ਅਸੀਂ ਸਿਰ ਜੋੜ ਕੇ ਬੈਠ ਸਕੀਏ। ਤੇ ਜੇ ਸ਼੍ਰੋਮਣੀ ਕਮੇਟੀ ਦੇ ਕਾਬਜ਼ ਸਿਆਸਤਦਾਨ ਇਹਨੂੰ ਨਾ ਵੀ ਕਰਨਾ ਚਾਹਣ, ਅਸੀਂ ਫੇਰ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਐਸਾ ਸੈਕਟਰੀਏਟ, ਕੋਈ ਐਸਾ ਸਿਸਟਮ ਨੀਅਤ ਕਰ ਸਕੀਏ ਜਿਹਦੇ ਨਾਲ ਇਹ ਪਦਵੀਆਂ ਜਿਹੜੀਆਂ ਨੇ ਆਜ਼ਾਦ ਹੋ ਕੇ ਸਮੁੱਚੇ ਤੌਰ ਤੇ ਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰ ਸਕਣ। ਤੇ ਜਿਹੜਾ ਰਾਜਨੀਤਿਕ ਵੀ ਪੰਥ ਦੇ ਵਿਰੋਧ 'ਚ ਕੋਈ ਕੰਮ ਕਰੇ ਉਹਨੂੰ ਵੀ ਉਹ ਕਟਹਿਰੇ 'ਚ ਖੜਾ ਕਰ ਸਕਣ ਦੀ ਸਮਰੱਥਾ ਰੱਖਦੀਆਂ ਹੋਣ। ਇਹ ਆਉਣ ਵਾਲੇ ਸਮੇਂ ਦਾ ਇੱਕ ਚੈਲੰਜ ਹੈ। ਹਾਂਜੀ, ਠੀਕ ਹੈ। ਇਹਦੇ ਨਾਲ ਹੀ ਰਿਲੇਟਡ ਜਿਹੜਾ ਅਗਲਾ ਕੁਐਸਚਨ ਹੈ ਕਿ ਜਿਹੜੇ ਪੰਥਕ ਮਸਲੇ, ਪੰਥਕ ਹੁਕਮਨਾਮੇ ਨੇ, ਕੀ ਸਿਰਫ ਅਕਾਲ ਤਖਤ ਸਾਹਿਬ ਜੀ ਤੋਂ ਦਿੱਤੇ ਜਾ ਸਕਦੇ ਨੇ ਜਾਂ ਕਿਸੇ ਹੋਰ ਤਖਤ ਤੇ ਦੇ ਜਿਹੜੇ ਪੰਜ ਤਖਤ ਹੋਰ ਨੇ? ਇਹਦੇ ਵਾਸਤੇ ਪੰਥ ਨੇ ਸਵੀਕਾਰ ਕੀਤਾ ਕਿ ਅਕਾਲ ਤਖਤ ਸਾਹਿਬ ਤੋਂ ਹੀ ਹੁਕਮਨਾਮੇ ਜਾਰੀ ਕੀਤੇ ਜਾ ਸਕਦੇ। ਪਰ ਜੇ ਕੋਈ ਐਸਾ ਸਮਾਂ ਬਣ ਜਾਵੇ ਅਕਾਲ ਤਖਤ ਸਾਹਿਬ ਤੇ ਇਕੱਠ ਨਾ ਹੋ ਸਕਦਾ ਹੋਵੇ, ਜਿਵੇਂ 84 ਦੇ ਵਿੱਚ ਹੋਇਆ। 1984 ਦਾ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਦੋਂ ਭਾਰਤ ਦੀਆਂ ਫੌਜਾਂ ਨੇ ਉੱਤੇ ਕਬਜ਼ਾ ਇੱਕ ਕਿਸਮ ਦਾ ਉਹ ਕਾਬਜ਼ ਹੋ ਕੇ ਬੈਠ ਗਈਆਂ ਸੀਗੀਆਂ ਧੱਕੇ ਨਾਲ ਹੀ, ਤੇ ਉਸ ਵੇਲੇ ਪੰਥ ਦਾ ਜਿਹੜਾ ਇਕੱਠ ਹੈ ਉਹ ਗੁਰਦੁਆਰਾ ਸ਼ਹੀਦਾਂ ਦੇ ਵਿੱਚ ਹੋਇਆ ਸੀ। ਤੁਹਾਨੂੰ ਯਾਦ ਹੋਣਾ, ਬਹੁਤ ਵੱਡਾ ਪੰਥਕ ਇਕੱਠ ਜਿਹਨੂੰ ਕੁਝ ਲੋਕਾਂ ਨੇ ਸਰਬੱਤ ਖਾਲਸਾ ਵੀ ਕਿਹਾ, 1984 ਦੇ ਵਿੱਚ ਹੋਇਆ ਸੀ। ਤੇ ਉਸ ਤੋਂ ਬਾਅਦ ਜਿਹੜਾ ਫੈਸਲਾ ਹੋਇਆ ਸੀ ਉਹ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋਇਆ ਸੀ। ਉੱਥੇ ਪੰਜ ਸਿੰਘ ਸਾਹਿਬਾਂ ਨੇ ਬੈਠ ਕੇ ਕੌਮ ਦੇ ਨਾਂ ਤੇ ਸੰਦੇਸ਼ ਦਿੱਤਾ ਸੀ। ਇਹੋ ਜਿਹਾ ਪਹਿਲਾਂ ਵੀ ਹੁੰਦਾ ਰਿਹਾ। ਜਦੋਂ ਹਰਮੰਦਰ ਸਾਹਿਬ ਕੰਪਲੈਕਸ ਦੇ ਉੱਤੇ ਮੁਗਲਾਂ ਦਾ ਜ਼ੋਰ ਵੱਧ ਜਾਂਦਾ ਸੀ ਤੇ ਬਾਬਾ ਦੀਪ ਸਿੰਘ ਜੀ ਦੇ ਸਮੇਂ ਤਖਤ ਕੇਸਗੜ੍ਹ ਸਾਹਿਬ ਤੋਂ ਵੀ ਫੈਸਲੇ ਹੁੰਦੇ ਰਹੇ। ਹਾਂ, ਇਹ ਸਵਾਲ ਥੋੜਾ ਜਿਹਾ ਟੇਢਾ ਹੈ। ਜੇ ਕੱਲ ਨੂੰ ਤਖਤ ਪਟਨਾ ਸਾਹਿਬ ਵਾਲੇ, ਜਿਵੇਂ ਅਕਵਾਲ ਸੋ ਨੇ ਪਿੱਛੇ ਜਾ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਉਹ ਕਵੇ ਕਿ ਮੈਂ ਆਪਣੇ ਤੌਰ ਤੇ ਬਾਕੀ ਦੇ ਜਿਹੜੇ ਪੰਥਕ ਸੰਸਥਾਵਾਂ ਨੇ ਉਹਨਾਂ ਨੂੰ ਭਰੋਸੇ ਵਿੱਚ ਲੈਣ ਤੋਂ ਬਗੈਰ ਹੀ ਮੈਂ ਹੁਕਮਨਾਮਾ ਜਾਰੀ ਕਰ ਦੇਣਾ ਹੈ, ਉਹਦੀ ਆਗਿਆ ਨਹੀਂ। ਔਰ ਇਹ ਵੀ ਆਰਗੂਮੈਂਟ ਨਹੀਂਗਾ ਵੀ ਤਖਤ ਆਪਣਾ ਹਰਮੰਦਰ ਸਾਹਿਬ ਪਟਨਾ ਸਾਹਿਬ ਵਾਲਾ ਵੱਡਾ ਹੈ ਕਿ ਅਕਾਲ ਤਖਤ ਸਾਹਿਬ ਵੱਡਾ ਹੈ। ਉਦੋਂ ਇਹ ਡਿਬੇਟ ਗਿਆਨੀ ਇਕਬਾਲ ਸਿੰਘ ਨੇ ਸ਼ੁਰੂ ਕੀਤੀ ਸੀ। ਆਪਾਂ ਨੂੰ ਤੇ ਪਤਾ ਉਹਨੇ ਕਿਉਂ ਕੀਤੀ ਸੀ। ਉਹ ਜਿਹੜੇ ਉਹਦੇ ਉਸ ਰੰਗ ਦਾ ਚੋਲਾ ਪਵਾ ਕੇ ਪੱਗ ਬੰਨ ਕੇ ਤੇ ਜਿਹਨੂੰ ਸਟੇਜ ਤੇ ਬਰਾਬਰ ਬਿਠਾਉਂਦੇ ਨੇ, ਉਹ ਨਹੀਂ ਚਾਹੁੰਦੇ ਕਿ ਪੰਥਕ ਸ਼ਕਤੀ ਜਿਹੜੀ ਹੈ ਉਹ ਇੱਕ ਜਗ੍ਹਾ ਕੇਂਦਰਿਤ ਰਵੇ।
ਇਸ ਕਰਕੇ ਇਹੋ ਜਿਹੀਆਂ ਸ਼ਰਾਰਤਾਂ ਹੁੰਦੀਆਂ। ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਬੇਸ਼ੱਕ ਪੰਥ ਸਮੁੱਚੇ ਤੌਰ ਦੇ ਉੱਤੇ ਇਕੱਠਾ ਹੋ ਕੇ, ਜੇ ਅਕਾਲ ਤਖਤ ਸਾਹਿਬ ਤੇ ਫੈਸਲੇ ਨਾ ਹੋ ਸਕਣ, ਕੋਈ ਮਜਬੂਰੀ ਹੋਵੇ, ਤੇ ਬਾਕੀ ਵੀ ਕਿਸੇ ਤਖਤ ਉੱਤੇ ਬੈਠ ਕੇ ਫੈਸਲਾ ਹੋ ਸਕਦਾ ਹੈ। ਪਰ ਉਹ ਕੋਈ ਇੱਕ ਤਖਤ ਨਿੱਜੀ ਤੌਰ ਦੇ ਉੱਤੇ ਫੈਸਲਾ ਲੈਣ ਦਾ ਅਧਿਕਾਰ ਨਹੀਂ ਰੱਖਦਾ। ਨਾ ਬਾਕੀ ਦੇ 4 ਤਖਤ ਰੱਖਦੇ ਨੇ, ਤੇ ਨਾ ਹੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਇਹ ਅਧਿਕਾਰ ਰੱਖਦਾ ਹੈ। ਪਿਛਲੀ ਵਾਰੀ ਇਹ ਵੀ ਹੋਇਆ ਸੀ, ਪਿਛਲੇ ਕੁਝ ਸਾਲ ਪਹਿਲਾਂ, ਜਦੋਂ ਉੱਥੇ ਇੱਕ ਗਿਆਨੀ ਜੀ ਨੂੰ ਜਥੇਦਾਰ ਲਗਾ ਦਿੱਤਾ ਸੀ, ਤੇ ਉਹ ਆਪਣੇ ਬੈਗ ਦੇ ਵਿੱਚ ਹੀ ਅਕਾਲ ਤਖਤ ਦੀ ਮੋਹਰ ਪਾਈ ਰੱਖਦੇ ਹੁੰਦੇ ਸਨ, ਤੇ ਉਹਨਾਂ ਨੇ ਯੂਪੀ ਦੇ ਵਿੱਚ ਹੀ ਰਾਹ 'ਚ ਟਰੈਵਲ ਕਰਦਿਆਂ, ਸਫ਼ਰ ਕਰਦਿਆਂ ਉੱਥੋਂ ਹੁਕਮਨਾਮਾ ਜਾਰੀ ਕਰ ਦਿੱਤਾ ਸੀ। ਇਹੋ ਜਿਹੀਆਂ ਜਿਹੜੀਆਂ ਪਰੰਪਰਾਵਾਂ ਨੇ, ਇਹ ਪੰਥਕ ਸ਼ਕਤੀ ਨੂੰ ਕਮਜ਼ੋਰ ਕਰਨ ਵਾਸਤੇ ਹੈ। ਇਹ ਅਧਿਕਾਰ ਕਿਸੇ ਵੀ ਤਖਤ ਦੇ ਜਥੇਦਾਰ ਨੂੰ ਨਹੀਂ ਹੈਗਾ ਕਿ ਉਹ ਆਪਣੇ ਤੌਰ ਦੇ ਉੱਤੇ ਹੀ ਹੁਕਮਨਾਮੇ ਜਾਰੀ ਕਰਦਾ। ਹਾਂਜੀ, ਤੁਸੀਂ ਕਿਉਂਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨਾਲ ਤੁਹਾਡੇ ਨਜ਼ਦੀਕ ਦੇ ਸੰਬੰਧ ਨੇ, ਰਹੇ ਨੇ, ਤੇ ਪਹਿਲਾਂ ਤੁਸੀਂ ਉਹਨਾਂ ਵਿੱਚ ਕੰਮ ਵੀ ਕੀਤਾ, ਖਾਸ ਕਰਕੇ 1996 ਵਿੱਚ। ਉਸ ਤੋਂ ਬਾਅਦ ਜਿਹੜਾ ਪੰਥਕ ਇਕੱਠ ਵੀ ਹੋਇਆ। ਅੱਜ ਖਾਲਸਾ ਪੰਥ ਤਕਰੀਬਨ ਅੱਧਾ ਪੰਥ ਬਾਹਰ ਬੈਠਾ ਹੈ ਇੰਡੀਆ ਤੋਂ। ਹਾਂਜੀ, ਇਹਨਾਂ ਨੂੰ ਇਨਵੋਲਵ ਕਰਨ ਵਾਸਤੇ ਕੋਈ ਉਪਰਾਲਾ ਕੀਤਾ ਜਾ ਸਕਦਾ ਹੈ, ਜਾਂ ਕਿ ਜਿਹੜੇ ਉਸ ਵੇਲੇ ਇਸ ਵੇਲੇ ਉੱਥੇ ਕਾਬਜ ਨੇ, ਉਹ ਚਾਹੁਣਗੇ ਕਿ ਬਾਹਰੋਂ ਕੋਈ ਉੱਠ ਕੇ, ਕਿਉਂਕਿ ਜਿਹੜੇ ਹੁਣ ਸਿੱਖ, ਅਸੀਂ ਸਾਰੇ ਸਿੱਖ ਕਮਾਉਂਦੇ ਆ, ਤੇ ਸਾਡਾ ਵੀ ਉਹਨਾਂ ਫਰਜ਼ ਬਣਦਾ, ਸਾਡੀ ਵੀ ਆਵਾਜ਼ ਉੱਥੇ ਸੁਣਨੀ ਚਾਹੀਦੀ ਹੈ। ਕੀ ਇਹੋ ਜਿਹਾ ਕੋਈ ਰਾਹ ਹੈ ਕਿ ਇਹੋ ਜਿਹਾ ਉਪਰਾਲਾ ਹੋ ਸਕਦਾ ਹੈ, ਜਾਂ ਕੀਤੇ ਗਏ ਨੇ, ਜਾਂ ਗਾਂ ਇਹਨਾਂ ਦਾ ਕੀ ਇਹ ਫਿਊਚਰ ਹੈ? ਹੁਣ ਜਿੱਥੇ ਗੁਰੂ ਖਾਲਸਾ ਪੰਥ ਜੇ ਸਟੇਜ ਤੇ ਹੈ, ਇਸ ਸਟੇਜ ਤੇ ਆ ਕੇ ਇਹ ਕੁਝ ਕਰਨਾ ਪੈਣਾ ਹੈ। 1995 ਦੇ ਵਿੱਚ ਇੱਕ ਵਿਸ਼ਵ ਸਿੱਖ ਸੰਮੇਲਨ ਹੋਇਆ ਸੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ। ਉਸ ਵੇਲੇ ਹਾਲਤ ਇਹ ਸੀ ਕਿ 84 ਦਾ ਸੰਤਾਪ ਹਾਲੇ ਪੂਰੀ ਤਰ੍ਹਾਂ ਪੰਜਾਬ ਚੋਂ ਖਤਮ ਨਹੀਂ ਹੋਇਆ ਸੀ। ਉਦੋਂ ਪੰਜਾਬ ਦੀ ਸਿਆਸਤ ਤੁੰਨ ਕੇ ਰੱਖ ਦਿਆਂਗੇ ਤੱਕ ਸੀਮਤ ਸੀ। ਉਸ ਵੇਲੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਮੈਂ ਵੀ ਇਨਵੋਲਵ ਸੀ, ਮੇਰੀ ਵੀ ਉਹਦੇ ਵਿੱਚ ਬਹੁਤ ਵੱਡਾ 5 ਦਿਨ ਵਾਸਤੇ ਵਿਸ਼ਵ ਸਿੱਖ ਸੰਮੇਲਨ ਹੋਇਆ, ਜਿਹਦੇ ਵਿੱਚੋਂ ਅਖੀਰ ਤੇ ਫਿਰ ਅਕਾਲ ਤਖਤ ਸਾਹਿਬ ਵੱਲੋਂ ਇੱਕ ਐਲਾਨਨਾਮਾ ਜਾਰੀ ਕੀਤਾ ਗਿਆ, ਜਿਹਦੇ ਵਿੱਚ ਪੂਰੇ ਸੰਸਾਰ ਦੇ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਦੇ ਨਾਲ ਸਿੱਧੇ ਤੌਰ ਤੇ ਜੋੜਨ ਵਾਸਤੇ ਵਿਸ਼ਵ ਸਿੱਖ ਕੌਂਸਲ ਬਣਾਈ ਗਈ। ਉਹਦਾ ਐਲਾਨ ਕੀਤਾ ਗਿਆ। ਉਹ ਵਿਸ਼ਵ ਸਿੱਖ ਕੌਂਸਲ ਜਿਹੜੀ ਸੀ, ਉਹਦੇ ਦੁਨੀਆ ਦੇ ਵਿੱਚ 8 ਜ਼ੋਨ ਰੱਖੇ ਗਏ। ਉਹਨਾਂ ਦੀ ਬਕਾਇਦਾ ਨੁਮਾਇੰਦਗੀ ਜਿਹੜੀ ਸੀ ਉੱਥੇ ਰੱਖੀ ਗਈ। ਮੈਂ ਜਸਟਿਸ ਮੋਤਾ ਸਿੰਘ ਜੀ, ਵਾਹਿਗੁਰੂ ਉਹਨਾਂ ਨੂੰ ਆਪੇ ਚਰਨਾਂ 'ਚ ਨਿਵਾਸ ਦੇਣ, ਉਹਨਾਂ ਦੀ ਅਗਵਾਈ ਦੇ ਵਿੱਚ ਉਸ ਵਿਸ਼ਵ ਸਿੱਖ ਕੌਂਸਲ ਦੇ ਯੂਰਪ ਜ਼ੋਨ ਦੀ ਜਨਰਲ ਸਕੱਤਰੀ ਕੀਤੀ ਹੈ। ਉਹ ਕਨਵੀਨਰ ਸਨ, ਫਿਰ ਚੇਅਰਮੈਨ ਸਨ। ਉਹ ਬੜਾ ਮੈਂ ਸਿੱਖਿਆ ਉਹਨਾਂ ਕੋਲੋਂ, ਜਸਟਿਸ ਮੋਤਾ ਸਿੰਘ ਹੋਰਾਂ ਕੋਲੋਂ। ਉਸ ਸਮੇਂ ਦੇ ਵਿੱਚ ਉਹਨੇ ਬਹੁਤ ਚੰਗੀ ਤਰੀਕੇ ਨਾਲ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। ਤੇ ਉਦੋਂ ਹੁਣ ਉਹ ਪ੍ਰਧਾਨ ਸਾਹਿਬ ਇਸ ਸੰਸਾਰ ਦੇ ਵਿੱਚ ਨਹੀਂ ਰਹੇ, ਚਲਾਣਾ ਕਰ ਗਏ ਨੇ। ਪਟਿਆਲੇ ਇੱਕ ਥਾਂ ਬੈਠਿਆਂ ਉਹ ਪ੍ਰਧਾਨ ਜੀ ਕਹਿਣ ਲੱਗੇ, ਉਹ ਦੇਖਿਓ ਕਿਤੇ ਉਹ ਇਹ ਕੌਂਸਲ ਨੂੰ ਕਿਤੇ ਸ਼੍ਰੋਮਣੀ ਕਮੇਟੀ ਦੀ ਸ਼ਰੀਕ ਹੀ ਨਾ ਬਣਾ ਦਿਓ ਕਿਤੇ। ਜਿਹੜਾ ਇਹ ਖਦਸ਼ਾ ਹੈ ਕਿ ਸ਼੍ਰੋਮਣੀ ਕਮੇਟੀ ਇਹਦੇ ਨਾਲ ਕਮਜ਼ੋਰ ਹੁੰਦੀ ਹੈ। ਮੈਂ ਜਿਸ ਵੇਲੇ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਦਾ ਮੈਂਬਰ ਸੀ, ਉਸ ਵੇਲੇ ਮੀਟਿੰਗਸ ਦੇ ਵਿੱਚ ਬੈਠਦਾ ਰਿਹਾ ਮੈਂ। ਇੱਕ ਜਗ੍ਹਾ ਤੇ ਮੀਟਿੰਗ 'ਚ ਅਨੰਦਪੁਰ ਸਾਹਿਬ ਮੀਟਿੰਗ ਹੋ ਰਹੀ ਸੀ, ਉੱਥੇ ਗੱਲ ਕੀਤੀ ਵੀ। ਤੇ ਉਸ ਵੇਲੇ ਦੇ ਜਿਹੜੇ ਸਕੱਤਰ ਜਨਰਲ ਸੀ ਸ਼੍ਰੋਮਣੀ ਕਮੇਟੀ ਦੇ, ਜੋ ਬੜਾ ਵਿਦਵਾਨ ਸੀ, ਉਹਨਾਂ ਨੇ ਇਹ ਗੱਲ ਕਹੀ ਵੀ ਤੁਹਾਡੀ ਨਹੀਂ ਬਹੁਤੀ ਇੱਥੇ ਸਾਨੂੰ ਲੋੜ, ਤੁਸੀਂ ਜਦੋਂ ਤੁਹਾਡੇ ਚੋਂ ਕੋਈ ਬਾਹਰੋਂ ਆਉਂਦਾ ਹੈ ਤੇ ਅਸੀਂ ਉਹਨਾਂ ਨੂੰ ਸਰੂਪੇ ਦੇ ਕੇ ਤੇ ਅਸੀਂ ਉਹਨਾਂ ਨੂੰ ਸੰਤੁਸ਼ਟ ਕਰਕੇ ਤੋਰ ਦਿੰਦੇ ਹਾਂ। ਜੇ ਫਿਰ ਵੀ ਕੋਈ ਨਹੀਂ ਮੰਨਦਾ ਤਾਂ ਅਸੀਂ ਅਖਬਾਰ 'ਚ ਉਹਦੀ ਫੋਟੋ ਛਪਾ ਦਿੰਦੇ ਹਾਂ, ਨਹੀਂ ਤਾਂ ਅਸੀਂ ਉਹਨੂੰ ਹੱਥ ਪੱਲਾ ਕੋਈ ਨਹੀਂ ਫੜਾਉਂਦੇ। ਤੁਹਾਡੀ ਰਿਟਰਨ ਸੀਟ ਬੁੱਕ ਕਰਾਈ ਹੁੰਦੀ ਹੈ, ਤੁਸੀਂ ਸਾਡਾ ਕੀ ਵਿਗਾੜ ਦਿਓਗੇ। ਇਹ ਸ਼ਬਦ ਸਨ ਉਹਦੇ। ਔਰ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਜੇ ਤੁਹਾਡੀ ਇਹੀ ਅਪਰੋਚ ਰਹੀ, ਇਹੀ ਐਟੀਟਿਊਡ ਰਿਹਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਮਾਂ ਦੂਰ ਨਹੀਂ ਜਦੋਂ ਜਿਹੜੀ ਤੁਹਾਡੀ ਅਥਾਰਟੀ ਹੈ ਉਹਨੂੰ ਬਾਹਰ ਬੈਠਾ ਸਿੱਖ ਚੈਲੰਜ ਕਰੂਗਾ। ਔਰ ਅੱਜ ਦੀ ਸਿਚੁਏਸ਼ਨ ਜਿਹੜੀ ਹੈ ਡਾਕਟਰ ਸਾਹਿਬ, ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਜਿਹੜੀ ਪੰਥ ਨੇ ਪ੍ਰਵਾਨ ਕੀਤੀ ਹੈ, ਪੂਰੇ ਸੰਸਾਰ 'ਚ ਬਸਦਾ ਅੰਮ੍ਰਿਤਧਾਰੀ ਸਿੰਘ ਤੇ ਸਿੰਘਣੀ ਗੁਰੂ ਖਾਲਸਾ ਪੰਥ ਦਾ ਮੈਂਬਰ ਹੈ।
ਤੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਨਹੀਂ ਹੈ, ਉਹ ਸਮੁੱਚਾ ਗੁਰੂ ਖਾਲਸਾ ਪੰਥ ਦਾ ਹੈ। ਸਾਰਾ ਗੁਰੂ ਖਾਲਸਾ ਪੰਥ ਅਕਾਲ ਤਖਤ ਦਾ ਹੈ ਤੇ ਅਕਾਲ ਤਖਤ ਸਾਰੇ ਗੁਰੂ ਖਾਲਸਾ ਪੰਥ ਦੇ ਨੇ। ਜਿਵੇਂ ਤੁਸੀਂ ਗੱਲ ਕੀਤੀ ਹੈ, ਤੁਹਾਡਾ ਮੇਰਾ ਬਾਕੀ ਸਾਰਿਆਂ ਦਾ ਓਨਾ ਹੀ ਹੱਥ ਹੈ, ਓਨਾ ਹੀ ਹਿੱਸਾ ਹੈ। ਹੁਣ ਪਿਛਲੇ ਦਿਨੀ ਕੁਝ ਦਿਨ ਪਹਿਲਾਂ ਹੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਨੇ ਇੱਕ ਉਥੋਂ ਭੇਜ ਦਿੱਤਾ ਹਦਾਇਤਨਾਮਾ ਵੀਡੀਓ ਕਰਕੇ, ਜਿਹੜਾ ਕਿ ਕੰਟਰੋਵਰਸ਼ਲ ਇਸ਼ੂ ਆ ਇਸ ਦੇਸ਼ ਦੇ ਵਿੱਚ। ਮੈਂ ਨਹੀਂ ਇਹ ਮਹਿਸ ਪੈਣਾ ਚਾਹੁੰਦਾ ਕਿ ਉਹਨਾਂ ਨੇ ਠੀਕ ਕੀਤਾ ਜਾਂ ਗਲਤ ਕੀਤਾ ਹੈ, ਪਰ ਉਹਨਾਂ ਨੂੰ ਇੱਥੋਂ ਦੀ ਹਾਲਤ ਨੂੰ ਸਮਝਣ ਤੋਂ ਬਗੈਰ ਹੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਹਦਾਇਤਨਾਮਾ ਇਸ਼ੂ ਕਰਨ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਜੇ ਉਹ ਏਦਾਂ ਹੀ ਕਰਦੇ ਰਹਿਣਗੇ ਤੇ ਉਹ ਦਿਨ ਦੂਰ ਨਹੀਂ। ਮੈਨੂੰ ਯਾਦ ਹੈ ਇੱਥੇ ਬਰਮਿੰਘਮ ਦੇ ਟਾਊਨ ਹਾਲ ਦੇ ਵਿੱਚ, ਡਾਕਟਰ ਸਾਹਿਬ ਤੁਸੀਂ ਵੀ ਸ਼ਾਇਦ ਸੀਗੇ ਉੱਥੇ, ਇੱਕ ਸੈਮੀਨਾਰ ਹੋਇਆ। ਉਹ ਸੈਮੀਨਾਰ 'ਚ ਇੱਕ ਨੌਜਵਾਨ ਸੀ ਸਿੰਘ, ਇਸ ਦੇਸ਼ ਦਾ ਜੰਮਿਆ ਪਲਿਆ, ਉਹਨੇ ਇਹ ਸ਼ਬਦ ਕਹੇ ਕਿ ਸਾਡੇ ਕੋਲ ਕੀ ਨਹੀਂਗਾ ਜੋ ਉਹਨਾਂ ਦੇ ਕੋਲ ਆ, ਅਸੀਂ ਆਪਣਾ ਅਕਾਲ ਤਖਤ ਇੰਗਲੈਂਡ 'ਚ ਬਣਾ ਲੈਣਾ। ਜਾਂ ਤੁਹਾਨੂੰ ਯਾਦ ਹੋਵੇ ਮੈਂ ਸਟੇਜ ਦੇ ਪੈਨਲ 'ਚ ਬੈਠਾ ਸੀ, ਮੈਂ ਉਸੇ ਵੇਲੇ ਉੱਠ ਕੇ ਉਹਨੂੰ ਟੋਕ ਦਿੱਤਾ ਸੀ ਕਿ ਅਕਾਲ ਤਖਤ ਸਾਹਿਬ ਨਹੀਂ ਇੰਗਲੈਂਡ 'ਚ ਬਣਾਇਆ ਜਾ ਸਕਦਾ। ਅਕਾਲ ਤਖਤ ਉਸ ਮੀਰੀ ਪੀਰੀ ਦੇ ਮਾਲਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਡੀ ਝੋਲੀ 'ਚ ਪਾਇਆ, ਸਾਨੂੰ ਦਿੱਤਾ ਹੈ। ਅਸੀਂ ਉਸ ਬਖਸ਼ਿਸ਼ ਦੇ ਮਾਲਕ ਦੇ ਪਾਤਰ ਹੈ। ਉਹ ਅਕਾਲ ਤਖਤ ਨਹੀਂ ਕਿਤੇ ਵੀ ਬਣਾਇਆ ਜਾ ਸਕਦਾ। ਤੁਸੀਂ ਆਪਣੇ ਇੰਗਲੈਂਡ ਦੇ ਸਿੱਖਾਂ ਦਾ ਕੇਂਦਰ ਬਣਾ ਸਕਦੇ ਹੋ, ਉਹਨਾਂ ਨੂੰ ਜਥੇਬੰਦ ਕਰ ਸਕਦੇ ਹੋ, ਉਸ ਆਪਣੀ ਆਵਾਜ਼ ਨੂੰ ਉਹਨਾਂ ਤੱਕ ਪਹੁੰਚਾਉਣ ਵਾਸਤੇ ਕੋਈ ਸਾਧਨ ਬਣਾ ਸਕਦੇ ਹੋ। ਪਰ ਕਦੇ ਭੁੱਲ ਕੇ ਵੀ ਇਹ ਭੁਲੇਖਾ ਨਾ ਖਾ ਲਿਓ ਕਿਤੇ ਕਿ ਅਸੀਂ ਅਕਾਲ ਤਖਤ ਹੀ ਇੰਗਲੈਂਡ ਦੇ ਵਿੱਚ ਬਣਾ ਲੈਣਾ। ਇਵੇਂ ਨਹੀਂ ਬਣਦਾ ਹੁੰਦਾ। ਅੱਜ ਇਸ ਸਮੇਂ ਦਾ ਇੱਕ ਚੈਲੰਜ ਹੈ ਡਾਕਟਰ ਸਾਹਿਬ, ਬਹੁਤ ਵੱਡਾ, ਤੇ ਸਾਡੇ ਤੁਹਾਡੇ ਵਾਸਤੇ ਵੀ ਇੱਕ ਵੰਗਾਰ ਹੈ, ਚੈਲੰਜ ਹੈ ਇੱਕ, ਤੇ ਅਸੀਂ ਇਸ ਗੱਲ ਨੂੰ ਅਗਲੀ ਜਨਰੇਸ਼ਨ ਵਾਸਤੇ ਕਿਵੇਂ ਐਸਟੈਬਲਿਸ਼ ਕਰਕੇ ਜਾਣਾ ਹੈ। ਸਾਡੇ ਉਹਨਾਂ ਨਾਲ ਸੰਬੰਧ ਨੇ, ਸਾਡੀ ਉਹਨਾਂ ਨਾਲ ਬੋਲਚਾਲ ਹੈ, ਉੱਥੋਂ ਆਏ ਆ, ਪਰ ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ ਉਹ ਤਾਂ ਉਹਨਾਂ ਨੂੰ ਨਹੀਂ ਜਾਣਦੇ। ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਣਦੇ ਨੇ ਨਾ, ਜਾਂ ਅਕਾਲ ਤਖਤ ਸਾਹਿਬ ਦੀ ਸ਼ਾਨ ਨੂੰ ਤੇ ਮੰਨਦੇ ਨੇ, ਮਾਨ ਸਨਮਾਨ ਨੂੰ ਵੀ ਮੰਨਦੇ ਨੇ। ਉਹਨਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਤਰੀਕਾ ਹੈ ਉਹਨੂੰ ਤੇ ਸਵੀਕਾਰ ਨਹੀਂ ਨਾ ਕਰਦੀ ਜਿਹੜੀ ਇੱਥੇ ਦੀ ਜੰਮੀ ਪਲੀ ਜਨਰੇਸ਼ਨ ਹੈ। ਇਹ ਕਿਤੇ ਮੈਂ ਤਾਂ ਹੁਣ 550 ਸਾਲਾਂ ਤੇ ਜੋ ਸੈਮੀਨਾਰ ਇੰਟਰਨੈਸ਼ਨਲ ਕਰਵਾਇਆ ਉਹਨਾਂ ਨੇ, ਮੈਂ ਉੱਥੇ ਕਹਿ ਕੇ ਆਇਆ ਸੀ ਇਹ ਸ਼ਬਦ ਵੀ ਜੇ ਤੁਸੀਂ ਸਾਡੀ ਇਸ ਵੇਲੇ 68% ਇੰਗਲੈਂਡ ਦੀ ਵਸੋਂ ਐਸੀ ਹੈ ਜਿਹੜੀ ਇੰਗਲੈਂਡ ਦੇ ਵਿੱਚ ਪੈਦਾ ਹੋਈ ਹੈ। ਮੈਂ ਉੱਥੇ ਚੈਲੰਜ ਦੇ ਕੇ ਆਇਆ ਸੀ ਵੀ ਜੇ ਤੁਸੀਂ ਅੱਜ ਵੀ ਨਾ ਸੋਚਿਆ ਤੇ ਉਹ ਜਿਹੜੀ 68% ਆਬਾਦੀ ਸਾਡੀ ਇੰਗਲੈਂਡ ਦੀ ਹੈ, ਉਹ ਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਤੁਹਾਡੇ ਕੰਮ ਕਰਨ ਦੇ ਢੰਗ ਤਰੀਕੇ ਨੂੰ ਵੇਖ ਕੇ ਅਕਾਲ ਤਖਤ ਸਾਹਿਬ ਤੋਂ ਬੇਮੁਖ ਹੋ ਜਾਣਗੇ, ਅਕਾਲ ਤਖਤ ਸਾਹਿਬ ਨੂੰ ਆਪਣਾ ਨਾਤਾ ਤੋੜ ਲੈਣਗੇ। ਜਿਹੜਾ ਪੰਥ ਦਾ ਨੁਕਸਾਨ ਹੋਏਗਾ ਉਹਦੇ ਜ਼ਿੰਮੇਵਾਰ ਉਹ ਨੌਜਵਾਨ ਨਹੀਂ ਹੈਗੇ, ਉਹਦੇ ਜ਼ਿੰਮੇਵਾਰ ਤੁਸੀਂ ਹੋ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜਲਾਸ ਦੇ ਵਿੱਚ ਸੈਮੀਨਾਰ 'ਚ ਇਹ ਗੱਲ ਕਹਿ ਕੇ ਆਇਆ ਸੀਗਾ। ਇਹ ਬਹੁਤ ਸਾਰੇ ਚੈਲੰਜਸ ਨੇ ਡਾਕਟਰ ਸਾਹਿਬ। ਉਹਦੇ ਲਈ ਸਾਨੂੰ ਵੀ ਇੱਥੇ ਬਾਹਰਲੇ ਦੇਸ਼ਾਂ 'ਚ ਵੱਸਦੇ ਸਿੱਖਾਂ ਨੂੰ ਸੁਹਿਰਦਤਾ ਦੇ ਨਾਲ ਸੋਚ ਕੇ ਇਹਦੇ ਬਾਰੇ ਕੋਈ ਹੱਲ ਕੱਢਣ ਦੀ ਲੋੜ ਹੈ, ਤੇ ਉਹਨਾਂ ਨਾਲ ਵੀ ਇਹਦੇ ਬਾਰੇ ਰਾਬਤਾ ਪੈਦਾ ਕਰਕੇ ਕੋਈ ਐਸਾ ਸਿਸਟਮ ਬਣਾ ਲੈਣਾ ਚਾਹੀਦਾ ਹੈ। ਅੱਜ ਕੀ ਹੁੰਦਾ, ਤੁਸੀਂ ਅੱਜ ਦੀ ਗੱਲ ਕੀਤੀ, ਮੈਂ ਥੋੜਾ ਜਿਹਾ ਬਰੀਫਲੀ ਉਹ ਵੀ ਦੱਸ ਦਿਆਂ। ਅੱਜ ਕੀ ਹੁੰਦਾ ਹੈ ਕਿ ਜਿਹੜਾ ਉੱਥੇ ਗਿਆ ਹੁੰਦਾ ਨਾ, ਕੋਈ ਜੇ ਫਰਜ਼ ਕੀਤਾ ਉਹਨਾਂ ਦਾ ਕੋਈ ਅਜਲਾਸ ਚੱਲ ਰਿਹਾ, ਮੈਂ ਗਿਆ ਹੋਇਆ ਜਾਂ ਪਿੱਛੇ ਜੇ ਕੋਈ ਹੋਰ ਸੱਜਣ ਗਏ ਹੋਏ ਸਨ, ਉਹਨਾਂ ਦੇ ਗਲ ਦੇ ਵਿੱਚ ਪੀਲਾ ਪਰਨਾ ਪਾ ਕੇ ਤੇ ਕਹਿੰਦੇ ਨੇ ਕਿ ਇੰਗਲੈਂਡ ਤੋਂ ਫਲਾਣੇ ਸਿੰਘ ਨੇ ਆਪਣੀ ਨੁਮਾਇੰਦਗੀ ਕੀਤੀ। ਇਹ ਨੁਮਾਇੰਦਗੀ ਨਹੀਂ ਹੁੰਦੀ। ਨੁਮਾਇੰਦਗੀ ਹੁੰਦੀ ਹੈ ਕਿ ਇੰਗਲੈਂਡ ਦੇ ਜਿਹੜੇ ਚੁਣੇ ਹੋਏ ਸਿੱਖਾਂ ਵੱਲੋਂ ਕੋਈ ਨੁਮਾਇੰਦਾ ਹੈ, ਉਹ ਉਹਨਾਂ ਦੇ ਅਜਲਾਸ ਦੇ ਵਿੱਚ, ਉਹਨਾਂ ਦੀਆਂ ਮੀਟਿੰਗਸ ਦੇ ਵਿੱਚ ਹਿੱਸਾ ਲਵੇ, ਇੱਥੋਂ ਦੇ ਸਿੱਖਾਂ ਦੀ ਜਿਹੜੀ ਸਮੱਸਿਆਵਾਂ ਨੇ, ਮੁਸ਼ਕਲਾਂ ਨੇ, ਉਹਨੂੰ ਹੱਲ ਕਰਨ ਵਾਸਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰੇ, ਜਾਂ ਅਕਾਲ ਤਖਤ ਸਾਹਿਬ ਵੱਲੋਂ ਇੱਥੇ ਦੇ ਸਿੱਖਾਂ ਦੇ ਵਿੱਚ ਹੀ ਆਪਣੇ ਬਾਰੇ ਫੈਸਲੇ ਕਰਨ ਦਾ ਅਧਿਕਾਰ ਦਿੱਤਾ ਜਾਏ। ਇਹੋ ਜਿਹੇ ਬਹੁਤ ਵੱਡੇ ਮਸਲੇ ਨੇ ਜਿਹੜੇ ਆਉਣ ਵਾਲੇ ਸਮੇਂ ਲਈ ਸਾਡੇ ਸਾਹਮਣੇ ਇੱਕ ਚੈਲੰਜ ਹੈ, ਔਰ ਸਿੱਖਾਂ ਨੂੰ ਸਿਰ ਜੋੜ ਕੇ ਉਹਦੇ ਬਾਰੇ ਹੱਲ ਕਰਨ ਲਈ ਉਦਮ ਕਰਨ ਦੀ ਜ਼ਰੂਰਤ ਹੈ। ਜਿਹੜੀ ਮਰਜ਼ੀ ਆਪਾਂ ਇਹਦੇ ਬਾਰੇ ਗੱਲ ਕਰਦੇ ਜਾਈਏ, ਇਹ ਏਡਾ ਵੱਡਾ ਇਸ਼ੂ ਹੈ ਜਿਹਨੂੰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹੀ ਨਹੀਂ ਸਮੇਟ ਸਕਦੇ। ਇੱਥੇ ਸਾਰੇ ਸਿੱਖਾਂ ਨੂੰ ਸਿਰ ਜੋੜ ਕੇ ਬੈਠ ਕੇ ਸੱਚਮੁੱਚ ਹੀ ਸੰਜੀਦਗੀ ਦੇ ਨਾਲ ਵਿਚਾਰ ਕਰਨ ਦੀ। ਹਾਂਜੀ, ਪਰ ਇਹ ਸਾਰੇ ਬੜੇ ਐਡੇ ਵੱਡੇ ਮਸਲੇ ਨੇ, ਇਹਨਾਂ ਨੂੰ ਸੁਲਝਾਉਣ ਦੀ ਬੜੀ ਲੋੜ ਹੈ। ਤੁਸੀਂ ਹੁਣ ਕਿੰਨਾ ਚਿਰ ਬੈਠੇ ਰਹਿਣਾ ਹੈ? ਸਾਡੀ ਅਗਲੀਆਂ ਜਨਰੇਸ਼ਨਾਂ, ਜਿਸ ਦਾ ਤੁਸੀਂ ਆਖਿਆ ਹੈ ਕਿ ਜੇ ਉਹਨਾਂ ਦਾ ਤੌਰ ਤਰੀਕਾ ਉਹੀ ਹੋ ਰਿਹਾ ਤੇ ਇਹ ਬਾਗੀ ਹੋ ਜਾਣਗੇ ਅਕਾਲ ਤਖਤ ਸਾਹਿਬ।
ਉਹ ਜਾਣਗੇ ਉੱਥੇ ਬਚਾਉਣ। ਹਰਿਮੰਦਰ ਸਾਹਿਬ ਮੱਥਾ ਟੇਕਣਗੇ, ਹਰਿਮੰਦਰ ਸਾਹਿਬ ਮੱਥਾ ਠੀਕ ਹੈ। ਟੇਕਣਗੇ, ਸਾਰਾ ਕੁਝ ਕਰਨਗੇ, ਹੂੰ, ਪਰ ਉਹ ਜਿਹੜੀ ਪੰਥਕ ਹੂੰ। ਸ਼ਕਤੀ ਇੱਕ ਸੰਸਥਾ ਦੇ ਰੂਪ ਦੇ ਵਿੱਚ ਹੈ, ਉਹ ਇਸ ਤਰੀਕੇ ਨਾਲ ਬਣੀ ਹੋਈ ਨਹੀਂ ਰਹਿ ਸਕਦੀ। ਪਰ ਜਿਹੜੇ ਉਹ ਇੱਥੇ ਜਿੱਥੇ ਸਾਨੂੰ ਸੋਚਣਾ ਪੈਣਾ ਹੈ, ਉੱਥੇ ਦੇ ਵੀ ਜਥੇਦਾਰ ਸਾਹਿਬਾਨ ਨੂੰ ਤੁਸੀਂ ਹੁਣ ਐਗਜ਼ਾਮਪਲ ਦਿੱਤੀ, ਉਹਨਾਂ ਪਿਛਲੇ ਹਫ਼ਤੇ ਕੁਝ ਦਿਨ ਹੋਏ ਪਹਿਲਾਂ ਸਟੇਟਮੈਂਟ ਦੇ ਦਿੱਤੀ। ਹਾਂਜੀ, ਇਸ ਤੋਂ ਪਹਿਲੇ ਜਥੇਦਾਰ ਜਿਹੜੇ ਉਹਨਾਂ ਸਟੇਟਮੈਂਟ ਦਿੱਤੀ ਸੀ, ਜਿਹੜੇ ਗੁਰਦੁਆਰੇ ਵਿੱਚ 2 ਫਾੜ ਹੋ ਗਏ, ਉਹਨਾਂ ਬਿਨਾਂ ਸੋਚੇ ਸਮਝੇ, ਬਿਨਾਂ ਸਟੱਡੀ ਕੀਤੇ ਤੋਂ ਬਿਨਾਂ ਉੱਥੇ ਬੈਠ ਕੇ ਹੁਕਮਨਾਮੇ ਦੇ ਦੇਣੇ, ਉਹ ਜਿੰਨਾ ਨੁਕਸਾਨ ਕਰਦੇ ਨੇ ਉਹਨਾਂ ਫਾਇਦਾ ਨਹੀਂ ਹੁੰਦਾ। ਠੀਕ, ਉਹਨਾਂ ਨੂੰ ਵੀ ਇਹ ਸੋਚਣਾ ਪੈਣਾ ਹੈ, ਸਮਝਣਾ ਪੈਣਾ ਹੈ ਕਿ ਜਿਹੜੇ ਬਾਹਰ ਬੈਠੇ ਸਿੱਖ ਨੇ ਜਾਂ ਬਾਹਰ ਦੇ ਹਾਲਾਤ ਕੀ ਨੇ। ਹੁਣ ਆ ਜਿਹੜੀ ਸਟੇਟਮੈਂਟ ਦਾ ਹੁਣ ਪਰਸ ਝੋਪ ਦਿੱਤੀ ਹੈ, ਉਹਦੇ ਵਾਸਤੇ ਜਥੇਦਾਰ ਸਾਹਿਬ ਤੇ ਤੁਹਾਤੋਂ ਨਜ਼ਦੀਕ ਮੈਨੂੰ ਪਹਿਲਾਂ ਲੱਗਦਾ ਇੰਗਲੈਂਡ ਵਿੱਚ ਕੋਈ ਨਹੀਂ, ਉਹਨੇ ਤੁਹਾਨੂੰ ਨਹੀਂ ਪੁੱਛਿਆ, ਉਹਨੇ ਚੁੱਕ ਕੇ ਇੱਕ ਪਾਰਟੀ ਸੁਣੀ, ਠੋਕ ਦਿੱਤਾ ਜਥੇਦਾਰ। ਇਹਦਾ ਨੁਕਸਾਨ ਬਹੁਤ ਵੱਡਾ ਹੁੰਦਾ ਹੈ, ਤੇ ਇਹਦੇ ਵਾਸਤੇ ਜ਼ਿੰਮੇਵਾਰ ਅਸੀਂ ਵੀ ਹਾਂ। ਅਸੀਂ ਸਭ ਕੁਝ ਜਾਣਦੇ ਹੋਏ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਇਹਦੇ ਬਾਰੇ ਮੈਂ ਹੁਣ ਤੁਹਾਡੇ ਤੇ ਛੱਡ ਦਿੰਦਾ, ਕਿਉਂਕਿ ਪੰਥ ਸਭਾ ਵਿੱਚ ਤੁਸੀਂ ਵਿਚਰਦੇ ਹੋ, ਪਰ ਇਹ ਬੜਾ ਇੱਕ ਦੁਖਦਾਈ ਟੌਪਿਕ ਹੋਵੇਗਾ ਜੇ ਅਸੀਂ ਇਹਨੂੰ ਨਾ ਟੱਚ ਕੀਤਾ, ਇਹਦੇ ਵਾਸਤੇ ਨਾ ਕੁਝ ਸੋਚਿਆ, ਤਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਉਹ ਇਸੇ ਤਰ੍ਹਾਂ ਖੇਰੂ ਹੋ ਜਾਣਗੀਆਂ। ਹਾਂ, ਸਿੱਖ ਨੇ ਗੁਰੂ ਨਾਲ ਜੁੜੇ ਰਹਿਣਗੇ, ਪਰ ਜਿਹੜੀ ਸ਼ਕਤੀ ਤੋਂ ਅਸੀਂ ਕਹਿੰਦੇ ਹਾਂ ਵੀ ਉਹ ਅਕਾਲ ਤਖਤ ਦੀ ਸ਼ਕਤੀ ਨੂੰ, ਉਹਨੂੰ ਹੁਣ ਜਾ ਕੇ ਕਹਿਣਗੇ ਉਹਨਾਂ ਦਾ ਇਹ ਮਸਲਾ ਜੀ, ਸਾਡਾ ਨਹੀਂ। ਪੰਥਕ ਮਸਲਿਆਂ ਤੋਂ ਜਿਹੜੇ ਇੱਕ ਮੁੱਠ ਆਪਾਂ ਕਰਨਾ ਚਾਹੁੰਦੇ, ਤੇ ਇਹੋ ਜਿਹੇ ਮਸਲੇ ਵਿਚਾਰਨ ਦੀ ਬਹੁਤ ਲੋੜ ਹੈ। ਤੇ ਦੂਸਰਾ ਭਾਈ ਸਾਹਿਬ ਜੀ, ਕਿਉਂਕਿ ਸਮਾਂ ਆਪਣੇ ਕੋਲ ਥੋੜਾ ਹੈ, 1-2 ਸਵਾਲ ਹੋਰ ਸਨ ਕਿ ਇੱਥੇ ਜੇ ਕਿਸੇ ਨੇ ਕੋਈ ਰਿਸਰਚ ਸਕਾਲਰ ਹੈ, ਹਾਂਜੀ, ਉਹਦੇ ਵਾਸਤੇ ਤੁਹਾਡੇ ਰਾਏ ਮੁਤਾਬਕ ਜਿਹੜੇ ਆਥੈਂਟਿਕ ਸਰੋਤ ਨੇ ਇਤਿਹਾਸ, ਸਾਡੇ ਸਰੋਤ, ਕਿਉਂਕਿ ਸਿੱਖ ਕੌਮ ਮੁੜ ਤੋਂ ਹੀ ਜੰਗਾਂ ਯੁੱਧਾਂ ਵਿੱਚ ਵਿਚਰਦੀ ਆਈ ਹੈ, ਤੇ ਇਹਨਾਂ ਨੂੰ ਇਤਿਹਾਸ ਆਪਣਾ ਲਿਖਣ ਦਾ ਸਮਾਂ ਨਹੀਂ ਮਿਲਿਆ, ਪਰ ਫਿਰ ਵੀ ਕੁਝ ਨਾ ਕੁਝ ਸਾਡੇ ਆਥੈਂਟਿਕ ਇਤਿਹਾਸਕ ਸਰੋਤ ਹੋਣਗੇ ਜਿਨ੍ਹਾਂ ਦੇ ਬੇਸ ਅਸੀਂ ਗੱਲ ਕਰਦੇ ਹਾਂ। ਆਹ ਗੁਰਤੇਗ ਸਾਹਿਬ ਦੀ ਗੱਲ ਕਰਨੀ ਹੈ ਜਾਂ ਇਤਿਹਾਸ ਬਣਿਆ ਹੈ, ਕਿਹੜੇ ਤੁਸੀਂ ਆਪਣੇ ਸੋਚਦੇ, ਕੀ ਭੱਟ ਬਈਆਂ ਨੇ, ਸੂਰਜ ਪ੍ਰਕਾਸ਼ ਹੈ, ਕਿਹੜਾ ਹੈ ਜੀ? ਇਹ ਬਹੁਤ ਹੀ ਔਖਾ ਵਿਸ਼ਾ ਹੈ ਡਾਕਟਰ ਸਾਹਿਬ ਜੀ। ਸਿੱਖਾਂ ਨੂੰ ਬਹੁਤ ਸਾਰੇ ਵੱਖ-ਵੱਖ ਖੇਤਰਾਂ 'ਚ ਹਮਲਿਆਂ ਦਾ ਸ਼ਿਕਾਰ ਹੋਣਾ। ਜਦੋਂ ਮੁਗਲਾਂ ਦੇ ਨਾਲ ਲੜਾਈ ਲੜਦੇ ਅਸੀਂ ਜੰਗਲਾਂ ਪਹਾੜਾਂ ਦੇ ਵਿੱਚ ਰਹਿੰਦੇ ਸਾਂ, ਛਾਪਾਮਾਰ ਯੁੱਧ ਕਰਕੇ ਆਪਣੀ ਹੋਂਦ ਬਚਾਉਣ ਦੀਆਂ ਗੱਲਾਂ ਕਰਦੇ ਸਾਂ, ਉਸ ਵੇਲੇ ਸਾਡੇ ਵਿਰੋਧੀਆਂ ਨੇ ਬਹੁਤ ਕੁਝ ਐਸਾ ਕੀਤਾ ਹੈ ਜਿਹਦਾ ਅਸੀਂ ਅਜੇ ਤੱਕ ਖਮਿਆਜ਼ਾ ਭੁਗਤੀ ਚਲੇ ਜਾਂਦੇ। ਅਸੀਂ ਬਹੁਤੀ ਪਰਵਾਹ ਜੀ ਨਹੀਂ ਕਰਦੇ, ਅਸੀਂ ਲਾਪਰਵਾਹ ਹੋ ਗਏ। ਸਿੱਖ ਬੇਪਰਵਾਹ ਤੇ ਹੁੰਦਾ ਹੈ, ਪਰ ਲਾਪਰਵਾਹ ਨਹੀਂ ਹੁੰਦਾ। ਸਾਨੂੰ ਤੇ ਇਹ ਵੀ ਨਹੀਂ ਪਤਾ ਕਿ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਿਕਾਰ ਕਰਨ ਵਾਸਤੇ ਬਹਾਦਰ ਸ਼ਾਹ ਨੇ 1.5 ਲੱਖ ਫੌਜ ਪੰਜਾਬ ਦੇ ਵਿੱਚ ਭਜਾਈ ਹੋਈ ਸੀ, ਉਸ ਵੇਲੇ ਉਹਨੇ ਦਿੱਲੀ ਤੋਂ ਅਜੀਤ ਸਿੰਘ ਪਾਲਤੀ ਨੂੰ ਗੁਰੂ ਗ੍ਰੰਥ ਆਪਣਾ 11ਵਾਂ ਗੁਰੂ ਥਾਪ ਕੇ ਹਰਿਮੰਦਰ ਸਾਹਿਬ 'ਚ ਲਿਆ ਕੇ ਬਿਠਾ ਦਿੱਤਾ ਸੀ, ਤਾਂ ਕਿ ਇਹ ਖੇਰੂ ਹੋ ਜਾਣ, ਇਹਨਾਂ ਦੀ ਸ਼ਕਤੀ ਨਾ ਰਵੇ। ਬੰਦਾ ਬਹਾਦਰ ਨੂੰ ਧਾਰਮਿਕ ਤੌਰ ਤੇ ਕਮਜ਼ੋਰ ਕਰਕੇ ਉਹਨੂੰ ਖਤਮ ਕਰ ਦਿੱਤਾ ਜਾਏ। ਇਹੋ ਜਿਹੇ ਬਹੁਤ ਸਾਰੇ ਹਮਲੇ ਹੋਏ, ਉਹਨਾਂ ਹਮਲਿਆਂ ਦੇ ਵਿੱਚੋਂ ਹੀ ਸਾਡਾ ਜਿਹੜਾ ਇਤਿਹਾਸ ਸੀ, ਇਤਿਹਾਸਕ ਸਰੋਤ ਸਨ, ਉਹਨਾਂ ਨੂੰ ਵੀ ਖਤਮ ਕਰ ਦਿੱਤਾ ਗਿਆ। ਬਹੁਤ ਸਾਰੀਆਂ ਨਿਰਮਲਿਆਂ ਤੇ ਉਦਾਸੀਆਂ ਦੇ ਕੋਲ ਜਿਹੜਾ ਇਤਿਹਾਸ ਸੀ, ਉਹ ਇਸ ਤਰੀਕੇ ਦਾ ਸੀਗਾ ਕਿ ਉਹ ਉਹਨਾਂ ਨੇ ਆਪਣੀ ਰੰਗਤ ਦੇ ਵਿੱਚ ਉਸ ਇਤਿਹਾਸ ਨੂੰ ਜਿਹੜਾ ਸੀਗਾ ਉਹ ਤਿਆਰ ਕੀਤਾ ਸੀ। ਫਿਰ ਜਦੋਂ ਪੁਨਰ ਜਾਗਰਤੀ ਲਹਿਰ ਹੁੰਦੀ ਹੈ, ਸਿੰਘ ਸਭਾ ਲਹਿਰ ਤੋਂ ਬਾਅਦ, ਉਸ ਵੇਲੇ ਪੁਰਾਤਨ ਸਰੋਤਾਂ ਨੂੰ, ਜਿਹੜੇ ਸੋਰਸਸ ਹਨ, ਉਹਨਾਂ ਨੂੰ ਰਿਵਾਈਵ ਕਰਨ ਦਾ ਯਤਨ ਕੀਤਾ ਗਿਆ। ਅੱਜ ਤੇ ਸਾਨੂੰ ਐਲਰਜੀ ਹੋ ਗਈ ਹੈ, ਸਾਡੇ ਨਵੇਂ ਉੱਠੇ ਵਿਦਵਾਨ ਬੜਾ ਹੀ ਰੌਲਾ ਪਾਉਂਦੇ ਨੇ ਵੀ ਆਹ ਕਿੱਦਾਂ ਹੋ ਗਿਆ ਜੀ, ਉਹ ਕਿੱਦਾਂ ਹੋ ਗਿਆ। ਉਹਨਾਂ ਨੂੰ ਪਹਿਲਾਂ ਅੱਜ ਤੋਂ 150 ਸਾਲ 200 ਸਾਲ ਪਹਿਲਾਂ ਦੇ ਇਤਿਹਾਸ ਨੂੰ ਧਿਆਨ 'ਚ ਰੱਖ ਕੇ ਜਾਂ ਉੱਥੇ ਦੀ ਹਾਲਤ ਨੂੰ ਧਿਆਨ 'ਚ ਰੱਖ ਕੇ ਵਿਚਾਰਨ ਦੀ ਲੋੜ। ਪੁਨਰ ਜਾਗਰਤੀ ਲਹਿਰ ਸਮੇਂ ਪੁਰਾਤਨ ਜਿਹੜੇ ਸਰੋਤ ਗ੍ਰੰਥ ਸੀ, ਉਹਨਾਂ ਵਿੱਚੋਂ ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼, ਬੰਸਾਵਲੀ ਨਾਮੇ ਤੇ ਜਿਹੜੇ ਹੋਰ ਇਹੋ ਜਿਹੇ ਗ੍ਰੰਥ ਸਨ, ਉਹਨਾਂ ਨੂੰ ਦੁਬਾਰਾ ਰਿਵਾਈਵ ਕੀਤਾ। ਔਰ ਉਸੋਂ ਤੱਕ ਉਹਨਾਂ ਸਰੋਤ ਗ੍ਰੰਥਾਂ ਦੇ ਵਿੱਚ ਵੀ ਬਹੁਤ ਸਾਰਾ ਰਲਾ ਪਾ ਦਿੱਤਾ ਗਿਆ ਸੀਗਾ ਜਿਹੜੇ ਪੰਥਕ ਸ਼ਕਤੀ ਦੇ ਵਿਰੋਧੀ ਸਨ।
ਅੱਜ ਗਿਆਨੀ ਗਿਆਨ ਸਿੰਘ ਦੇ ਸੂਰਜ ਪ੍ਰਕਾਸ਼ ਦੇ ਉੱਤੇ ਬੜੇ ਸਵਾਲ ਕੀਤੇ ਜਾਂਦੇ ਨੇ, ਕਿਉਂਕਿ ਉਹਦੇ ਵਿੱਚ ਕੁਝ ਐਸਾ ਹੈ, ਪਰ ਉਹ ਇਹ ਨਹੀਂ ਸਾਨੂੰ ਪਤਾ ਕਿ ਉਸ ਸੂਰਜ ਪ੍ਰਕਾਸ਼ ਨੂੰ 3 ਵਾਰੀ ਐਡਿਟ ਵੀ ਕੀਤਾ ਗਿਆ। ਅਸੀਂ ਸਿਰਫ ਜਵਾਹਰ ਸਿੰਘ ਚਤਰ ਸਿੰਘ ਦਾ ਛਾਪਿਆ ਹੋਇਆ ਜਿਹੜਾ ਸੂਰਜ ਪ੍ਰਕਾਸ਼ ਹੈ, ਸ਼ਾਇਦ 8 ਜਲਦਾਂ ਵਿੱਚ ਆ ਉਹ, ਜਾਂ 14 ਜਲਦਾਂ ਦੇ ਵਿੱਚ ਹੈ, ਉਹਦੇ ਵਿੱਚ ਬਹੁਤ ਕੁਝ ਐਸਾ ਹੈ ਜਿਹੜਾ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ। ਉਸ ਤੋਂ ਬਾਅਦ ਭਾਈ ਵੀਰ ਸਿੰਘ ਹੋਰਾਂ ਨੇ ਉਹਨੂੰ ਐਡਿਟ ਕੀਤਾ, ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਹਨੂੰ ਐਡਿਟ ਕੀਤਾ, ਫਿਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨੂੰ ਐਡਿਟ ਕੀਤਾ। ਅਸੀਂ ਉਹ ਐਡਿਟ ਵਰਸ਼ਨ ਨਹੀਂ ਮੰਨਦੇ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਬੰਸਾਵਲੀ ਨਾਮੇ ਨੇ ਪੁਰਾਤਨ ਲਿਖੇ ਹੋਏ, ਔਰ ਉਹ ਸਾਰੇ ਦੇ ਸਾਰੇ ਜਿਹੜੇ ਸਰੋਤ ਗ੍ਰੰਥ ਨੇ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲਾਵਟ ਹੋਈ ਹੋਈ ਹੈ। ਅੱਜ ਇਤਿਹਾਸ ਦਾ ਜਿਹੜਾ ਖੋਜੀ ਹੈ, ਉਹ ਜਿਹੜਾ ਖੋਜ ਕਰਨ ਵਾਲਾ, ਰਿਸਰਚ ਕਰਨ ਵਾਲਾ, ਉਹਨੂੰ ਇਹ ਸਾਰੇ ਸੋਰਸਿਸ ਜਿਹੜੇ ਨੇ ਕੰਸਲਟ ਕਰਨੇ, ਉਹਦੇ ਵਿੱਚੋਂ ਫਿਰ ਉਹਨੂੰ ਦੇਖਣਾ ਪੈਂਦਾ ਹੈ ਕਿ ਇਹਦੇ ਵਿੱਚੋਂ ਮੈਨੂੰ ਮਤਲਬ ਕਿਹੜੀ ਚੀਜ਼ ਜਿਹੜੀ ਹੈ ਉਹ ਠੀਕ ਲੱਗਦੀ। ਤੁਸੀਂ ਭਾਈ ਕਾਹਨ ਸਿੰਘ ਨਾਭਾ ਹੋਰਾਂ ਨੇ ਜਿਹੜਾ ਮਹਾਨ ਕੋਸ਼ ਹੈ, ਉਹਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਰਿਸਰਚ ਤੋਂ ਬਾਅਦ ਕੀਤੀ ਹੈ। ਅਜੋਕੇ ਸਮੇਂ 'ਚ ਡਾਕਟਰ ਗੰਡਾ ਸਿੰਘ ਹੋਰਾਂ ਨੇ ਜਿਨੀ ਇਤਿਹਾਸ ਦੀ ਖੋਜ ਕੀਤੀ ਆ, ਪੁਰਾਣਾ ਫਾਰਸੀ ਦਾ ਰੈਕੋਰਡ ਲੱਭ ਕੇ, ਤੁਸੀਂ ਹੈਰਾਨ ਹੋਣਾ ਡਾਕਟਰ ਸਾਹਿਬ, ਸਾਡੇ ਦਰਸ਼ਕ ਵੀ ਹੈਰਾਨ ਹੋਣਗੇ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਜਿਹੜਾ ਪੂਰਾ ਹਾਲ ਹੈ ਉਹ ਸਿੱਖ ਸਰੋਤਾਂ ਚੋਂ ਨਹੀਂ ਮਿਲਦਾ। ਉਸ ਵੇਲੇ ਈਸਟ ਇੰਡੀਆ ਕੰਪਨੀ ਕਲਕੱਤੇ ਵਿੱਚ ਆ ਚੁੱਕੀ ਸੀ। ਜਿਸ ਵੇਲੇ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੂੰ 100 ਨੂੰ ਸ਼ਹੀਦ ਕੀਤਾ ਜਾਂਦਾ ਸੀ, ਤੇ ਉਹਦੀ ਰਿਪੋਰਟ ਈਸਟ ਇੰਡੀਆ ਕੰਪਨੀ ਦੇ 2 ਰਿਪੋਰਟਰਸ ਹਰ ਰੋਜ਼ ਕਲਕੱਤੇ ਭੇਜਦੇ ਸਨ ਕਿ ਅੱਜ ਆਹ ਹੋਇਆ, ਅੱਜ ਆਹ ਹੋਇਆ, ਅੱਜ ਆਹ ਹੋਇਆ। ਅੱਜ ਸਾਡੇ ਪਾਸ ਜਿਹੜਾ ਇੱਕ ਅਥੈਂਟਿਕ ਸਰੋਤ ਜਾਂ ਸਭ ਤੋਂ ਜ਼ਿਆਦਾ ਨਿਊਟਰਲ ਸਰੋਤ ਜਿਹੜਾ ਸਾਡੇ ਕੋਲ ਹੈ, ਉਹ ਈਸਟ ਇੰਡੀਆ ਕੰਪਨੀ ਦਾ ਉਹ ਇਤਿਹਾਸ ਆ ਜਿਹੜੇ ਡਾਇਰੀ ਦੇ ਪੰਨੇ ਨੇ। ਸਾਡੇ ਕੋਲ ਕੁਝ ਨਹੀਂ। ਇਸੇ ਤਰੀਕੇ ਨਾਲ ਹੋਰ ਬਹੁਤ ਕੁਝ ਹੋਇਆ। ਫਿਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਅਸੀਂ ਬਹੁਤ ਹੀ ਛੋਟੀ ਜਿਹੀ ਗੱਲ ਕੇ ਕੀਤਾ ਹੋਇਆ ਸੀ ਪਿਛਲੇ ਕੁਝ ਸਾਲ ਪਹਿਲਾਂ, ਜਿਸ ਵੇਲੇ ਡਾਕਟਰ ਗੰਡਾ ਸਿੰਘ ਹੋਰਾਂ ਨੇ ਫਾਰਸੀ ਦਾ ਤੇ ਅਰਬੀ ਦਾ ਜਿਹੜਾ ਇਤਿਹਾਸ ਉਸ ਵੇਲੇ ਦਾ ਸੀ, ਰੋਜ਼ਨਾਮਚੇ ਸੀ, ਤੁਜ਼ਕੇ ਜਹਾਂਗੀਰੀ ਨੂੰ ਜਦੋਂ ਪੜ੍ਹਿਆ ਤੇ ਉਹਦੇ ਵਿੱਚੋਂ ਇਹ ਪਤਾ ਲੱਗਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੇ ਯਾਸਾ ਤੇ ਸਿਆਸਤ ਦੇ ਕਾਨੂੰਨ ਦੇ ਤਹਿਤ ਕੀਤੀ ਗਈ ਸੀ। ਇਹ ਗੱਲ ਜਹਾਂਗੀਰ ਨੇ ਆਪ ਲਿਖੀ। ਕਹਿਣ ਦਾ ਮਤਲਬ ਇਹ ਹੈ ਕਿ ਸਾਡਾ ਬਹੁਤ ਸਾਰਾ ਇਤਿਹਾਸ ਇਸ ਵੇਲੇ ਜਿਹੜਾ ਹੈ ਉਹ ਸਾਡੇ ਕੋਲ ਨਹੀਂਗਾ। ਤੁਸੀਂ ਮੇਰੇ ਤੋਂ ਸਵਾਲ ਪੁੱਛਿਆ, ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੰਬੰਧ ਵਿੱਚ 4-5 ਪ੍ਰੋਗਰਾਮ ਕਰਨੇ ਨੇ ਆਪਾਂ ਇਸ ਸੰਬੰਧ ਵਿੱਚ। ਮੇਰੇ ਸਾਹਮਣੇ ਜਿਹੜੇ ਸਰੋਤ ਨੇ ਉਹ ਹੈ ਹੀ ਨਹੀਂ ਜਿਹਦੇ ਵਿੱਚੋਂ ਅਸੀਂ ਕੱਢਣਾ ਹੈ। ਮੈਨੂੰ ਘੱਟ ਤੋਂ ਘੱਟ 5-6 ਵੱਖਰੇ ਜਿਹੜੇ ਸੋਰਸਿਸ ਨੇ ਉਹਨਾਂ ਨੂੰ ਕੰਸਲਟ ਕਰਨਾ ਪੈਣਾ। ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੰਬੰਧ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਕਿ ਇੰਨੇ ਸਾਲ ਇੰਨੇ ਮਹੀਨੇ ਉਹ ਬਾਬਾ ਬਕਾਲਾ ਵਿੱਚ ਰਹੇ, ਭਗਤੀ ਕਰਦੇ ਰਹੇ। ਠੀਕ ਆ, ਬਾਬਾ ਬਕਾਲਾ ਦੇ ਵਿੱਚ ਰਹੇ ਉਹ, ਪਰ ਉਸ ਸਮੇਂ ਦੇ ਦੌਰਾਨ ਆਪਣੇ ਗੁਰੂ ਪਿਤਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਹਰਿਰਾਏ ਸਾਹਿਬ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਪੱਛਮ ਦੇਸ਼ ਦੇ ਵਿੱਚ ਪ੍ਰਚਾਰ ਦੌਰਿਆਂ ਤੇ ਵੀ ਜਾਂਦੇ ਰਹੇ। ਉਹ ਭੱਟਵਈਆਂ ਜਿਹੜੀਆਂ ਨੇ ਉਸ ਵੇਲੇ ਦੀਆਂ ਜਿਹੜੀਆਂ ਡਾਇਰੀਜ਼ ਦੇ ਰੂਪ ਦੇ ਵਿੱਚ ਭੱਟ ਲਿਖਦੇ ਸਨ, ਉਹ ਉਹਨਾਂ ਦੇ ਵਿੱਚ ਉਹਦਾ ਇਤਿਹਾਸ ਲਿਖਿਆ ਹੋਇਆ। ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਗੱਲ ਅਸੀਂ ਕਰਾਂਗੇ, ਅਸੀਂ ਕਹਿੰਦੇ ਹਾਂ ਕਿ ਸਾਲ ਤੋਂ ਵੱਧ ਸਮਾਂ ਉਹ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਗਰੇ ਤੱਕ ਪਹੁੰਚ ਗਏ ਤੇ ਆਗਰੇ ਤੋਂ ਗ੍ਰਿਫਤਾਰ ਕਰਕੇ ਦਿੱਲੀ ਲਿਆਂਦੇ ਗਏ। ਸਾਨੂੰ ਭੁੱਲ ਜਾਂਦਾ ਹੈ ਕਿ ਹਕੂਮਤ ਦੇ ਖਿਲਾਫ ਬਗਾਵਤ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ। ਤੇ ਭੱਟਵਈਆਂ ਇਹ ਕਹਿੰਦੀਆਂ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਨੰਦਪੁਰ ਸਾਹਿਬ ਤੋਂ ਚੱਲਣ ਤੋਂ ਬਾਅਦ ਮੋਰਿੰਡੇ ਦੇ ਇਲਾਕੇ ਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ 3 ਦਿਨ ਬਾਅਦ। ਉਹ 3 ਦਿਨ ਵੀ ਇਸ ਕਰਕੇ ਲੱਗੇ ਸੀ ਕਿ ਕਿਉਂ ਔਰੰਗਜ਼ੇਬ ਜਿਹੜਾ ਉਸ ਵੇਲੇ ਹਸਨ ਅਬਦਾਲ ਦੇ ਇਲਾਕੇ ਵਿੱਚ ਗਿਆ ਹੋਇਆ ਸੀ, ਉਹਦੇ ਕੋਲੋਂ ਗ੍ਰਿਫਤਾਰੀ ਦੇ ਆਰਡਰਸ ਲੈਣ ਵਾਸਤੇ ਇੰਨੇ ਦਿਨ ਲੱਗੇ ਸੀ। ਇਹਦੀ ਅਸੀਂ ਗੱਲ ਕਰਾਂਗੇ। ਮਤਲਬ ਕਿ ਬਹੁਤ ਸਾਰੇ ਵੱਖਰੇ ਸਰੋਤ ਨੇ ਸਾਡੇ ਸਾਹਮਣੇ, ਜਿਨ੍ਹਾਂ ਨੂੰ ਧਿਆਨ 'ਚ ਰੱਖਣ ਤੋਂ ਬਾਅਦ ਕੰਸਲਟ ਕਰਕੇ ਅਸੀਂ ਆਪਣੇ ਪ੍ਰੋਗਰਾਮ ਵਿੱਚ ਵੀ ਕਈ ਵਾਰੀ ਕਹਿੰਦੇ ਹਾਂ ਕਿ ਇਸ ਘਟਨਾ ਦੀ ਜਿਹੜੀਆਂ ਤਰੀਕਾਂ ਨੇ ਉਹ ਵੱਖਰੀਆਂ ਨੇ। ਕਿਸੇ ਨੇ ਆਹ ਲਿਖੀ ਹੈ, ਕਿਸੇ ਨੇ ਇਹ ਲਿਖੀ ਹੈ। ਉੱਥੇ ਫਿਰ ਅਸੀਂ ਭਾਈ ਕਾਹਨ ਸਿੰਘ ਨਾਭਾ ਹੋਰਾਂ ਨੂੰ ਕੰਸਲਟ ਕਰਦੇ ਹਾਂ ਮਹਾਨ ਕੋਸ਼ ਦੇ ਵਿੱਚ, ਉਹਨਾਂ ਡੇਟਸ ਨੂੰ ਅਸੀਂ ਮੰਨਦੇ ਹਾਂ। ਨਹੀਂ ਤਾਂ ਸਾਡੀ ਇਹ ਇੰਨੀ ਗਰੀਬੀ ਆ ਡਾਕਟਰ ਸਾਹਿਬ, ਸਾਡੇ ਕੋਲ ਅੱਜ 100 ਸਾਲ ਹੋ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਿਆ। ਬੜੇ ਲੋਕਾਂ ਨੇ ਗੱਲਾਂ ਕੀਤੀਆਂ। ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਸਿੱਖ ਰਿਸਰਚ ਬੋਰਡ ਵੀ ਬਣਾਇਆ ਗਿਆ, ਹਿਸਟਰੀ ਰਿਸਰਚ ਬੋਰਡ, ਪਰ ਉਸ ਦੇ ਬਾਵਜੂਦ ਵੀ ਸਾਡੇ ਕੋਲ ਅਜੇ ਤੱਕ ਕੋਈ ਐਸਾ ਅਥੈਂਟਿਕ ਇਤਿਹਾਸਿਕ ਪੁਸਤਕਾਂ ਨਹੀਂ ਹਨ
ਜਿਹੜੀਆਂ ਅਸੀਂ ਕਿਸੇ ਨੂੰ ਰეკਮੈਂਡ ਕਰ ਸਕੀਏ। ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਪੜ੍ਹਨਾ ਹੈ, ਆਹ ਕਿਤਾਬ ਪੜ੍ਹ ਲਓ। ਸਾਡੇ ਕੋਲ ਅਜੇ ਤੱਕ ਐਸਾ ਕੁਝ ਨਹੀਂ ਹੈ ਡਾਕਟਰ ਸਾਹਿਬ, ਮੇਰੀ ਭਾਈ ਸਾਹਿਬ ਜਾਣਕਾਰੀ 'ਚ ਜੀ, ਕੁਝ ਨਹੀਂ ਹੈ। ਤੁਸੀਂ ਲਿਖਣ ਦੀ ਗੱਲ ਕਰਦੇ ਹੋ ਕਿ ਜਿਹੜੇ ਅਸੀਂ ਇਤਿਹਾਸ ਆਪਣਾ ਲਿਖਿਆ ਨਹੀਂ, ਸਾਂਭਿਆ ਨਹੀਂ, ਤੇ ਹਾਂਜੀ ਮੈਂ ਤਾਂ ਇਦੋਂ ਅਗਾਂਹ ਗੱਲ ਕਰਾਂਗਾ ਕਿ ਅਸੀਂ ਜਿਹੜਾ ਸਾਡੇ ਕੋਲ ਇਤਿਹਾਸ ਸੀ, ਅਸੀਂ ਉਹ ਵੀ ਨਹੀਂ ਸਾਂਭਿਆ। ਆਹ 84 ਦੀ ਗੱਲ ਲੈ ਲਓ, ਹਾਂਜੀ ਰੈਫਰੈਂਸ ਲਾਇਬ੍ਰੇਰੀ ਦੀ ਹਾਲੇ ਤੱਕ ਕਿਸੇ ਹਾਂਜੀ ਨੂੰ ਪਤਾ ਨਹੀਂ ਪਿਆ ਉਹ ਜਿਹੜਾ ਰੈਫਰੈਂਸ ਲਾਇਬ੍ਰੇਰੀ ਵਿੱਚ ਉਹ ਜੋ ਕਿਤਾਬਾਂ ਬੁੱਕਾਂ ਸਨ, ਗੁਰੂ ਗ੍ਰੰਥ ਸਾਹਿਬ ਸੀ, ਹੋਰ ਸੀ, ਹੁਕਮਨਾਮੇ ਸੀ, ਬਸ ਹਾਂਜੀ ਅਸੀਂ ਆਪਣੇ ਆਰਾਮ ਨਾਲ ਸੁੱਤੇ ਪਏ, ਸਿਆਸਤ ਦੀ ਨੀਂਦ ਵਿੱਚ ਸੁੱਤੇ ਪਏ ਆ। ਉਹ ਹਾਂਜੀ ਇਤਿਹਾਸ ਕੋਈ ਪਤਾ ਨਹੀਂ। ਸੋ ਅਸੀਂ ਮੈਂ ਤਾਂ ਇੱਥੇ ਤੱਕ ਕਹਾਂਗਾ ਕਿ ਅਸੀਂ ਇਤਿਹਾਸ ਗਵਾਉਣਾ ਜਾਣਦੇ ਹਾਂ, ਸਾਂਭਣਾ ਨਹੀਂ ਜਾਣਦੇ। ਜਿਹੜਾ ਬਣਿਆ ਸੀ ਉਹ ਵੀ ਅਸੀਂ ਗਵਾ ਦਿੱਤਾ। ਤੇ ਭਾਈ ਸਾਹਿਬ ਜੀ, ਜਿਹੜੇ ਭੱਟ ਬਈਆਂ ਹੈ, ਇਹਨਾਂ ਦੇ ਐਡੀਟਰ ਕੌਣ ਸਨ, ਲਿਖਣ ਵਾਲੇ ਕੌਣ ਸਨ ਇਹਨਾਂ ਦੇ? ਜਿਹੜੇ ਸਮੇਂ ਸਾਹਿਬ ਭੱਟ ਸਿੱਖ ਸੀ ਜਾਂ ਭੱਟ ਸੀ? ਭੱਟ 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 ਜਿਹੜੇ ਸੀਗੇ, ਜਿਹਨੂੰ ਅਸੀਂ ਅੱਜ ਕੱਲ੍ਹ ਭਾਟ ਬਰਾਦਰੀ ਕਹਿੰਦੇ ਆ, ਇਹ ਉਹਨਾਂ ਵਿੱਚੋਂ ਹੀ ਸਨ ਜਿਹੜੇ 11 ਭੱਟ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਗੋਇੰਦਵਾਲ ਸਾਹਿਬ ਆਏ ਸਨ। ਇਹ ਵਿਦਵਾਨ ਲੋਕ ਸਨ, ਇਹ ਸਾਰਾ ਰਿਕਾਰਡ ਰੱਖਦੇ ਹੁੰਦੇ ਸਨ ਉਸ ਵੇਲੇ ਦਾ। ਔਰ ਉਹਨਾਂ ਦੇ ਵਿੱਚੋਂ ਕੁਝ ਭੱਟ ਜਿਹੜੇ ਨੇ, ਉਹਨਾਂ ਦੀਆਂ ਬਹੀਆਂ ਬਹੁਤ ਜ਼ਿਆਦੀਆਂ ਅਥੈਂਟਿਕ ਨੇ। ਅੱਜ ਕੁਝ ਸਮਾਂ ਪਹਿਲਾਂ ਤੱਕ ਅਸੀਂ ਉਹਨਾਂ ਦੀ ਗੱਲ ਨਹੀਂ ਕੀਤੀ ਸੀ। ਇਹ ਸਭ ਤੋਂ ਪਹਿਲਾਂ ਕਰਮ ਸਿੰਘ ਹਿਸਟੋਰੀਅਨ ਤੇ ਡਾਕਟਰ ਗੰਡਾ ਸਿੰਘ ਹੋਰਾਂ ਨੇ ਗੱਲ ਕੀਤੀ। ਇਸ ਤੋਂ ਪਹਿਲਾਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲੇ ਜਿਹੜੇ ਸਨ, ਉਹਨਾਂ ਨੇ ਗੱਲ ਕੀਤੀ। ਫਿਰ ਉਸ ਤੋਂ ਬਾਅਦ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਹੋਰਾਂ ਨੇ ਬੜਾ ਉਦਮ ਕੀਤਾ। ਇਹਨਾਂ ਲੋਕਾਂ ਨੇ ਸਾਡਾ ਜਿਹੜਾ ਇਤਿਹਾਸ ਸਾਡੇ ਸਾਹਮਣੇ ਨਹੀਂ ਸੀਗਾ, ਉਹ ਲਿਆਉਣ ਦਾ ਯਤਨ ਕੀਤਾ ਹੈ। ਉਸ ਤੋਂ ਬਾਅਦ ਦੇ ਜਿਹੜੇ ਵਿਦਵਾਨ ਨੇ ਸਾਡੇ ਅੱਜ ਦੇ ਹਿਸਟੋਰੀਅਨ ਨੇ, ਉਹਨਾਂ ਨੇ ਨਿੱਠ ਕੇ ਇਹੋ ਜਿਹਾ ਕੋਈ ਕੰਮ ਬਹੁਤਾ ਐਸਾ ਨਹੀਂ ਕੀਤਾ ਜਿਹਦੇ ਉੱਤੇ ਮਾਣ ਕੀਤਾ ਜਾ ਸਕਦਾ ਹੋਵੇ। ਉਦੋਂ ਵਿਸ਼ਵ ਸਿੱਖ ਕੌਂਸਲ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਇਤਿਹਾਸ ਲਿਖਣ ਵਾਸਤੇ। ਚੰਡੀਗੜ੍ਹ ਵਾਲੇ ਡਾਕਟਰ ਖੜਕ ਸਿੰਘ ਉਹਦੇ ਕਨਵੀਨਰ ਸਨ। 7-8 ਮੈਂਬਰਾਂ ਦੀ ਉਹ ਕਮੇਟੀ ਸੀ। ਉਹਨਾਂ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਸੀ, ਪਰ ਕਿਉਂਕਿ ਉਹਨਾਂ ਨੂੰ ਇਦਾਂ ਲੱਗਦਾ ਸੀਗਾ ਕਿ ਵਰਲਡ ਸਿੱਖ ਕੌਂਸਲ ਜਿਹੜੀ ਹੈ, ਇਹ ਸ਼੍ਰੋਮਣੀ ਕਮੇਟੀ ਦਾ ਸ਼ਰੀਕ ਬਣਦੀ ਹੈ, ਤੇ ਉਹ ਜਿਹੜੇ ਬੈਠੇ ਉੱਥੇ ਦੇ ਰਾਜਨੀਤਿਕ ਨੇ, ਉਹਨਾਂ ਨੂੰ ਇਹ ਸੂਟ ਨਹੀਂ ਕਰਦਾ ਸੀ, ਤੇ ਉਹਨਾਂ ਨੇ ਸਾਰਾ ਪ੍ਰੋਜੈਕਟ ਦਾ ਹੀ ਭੋਗ ਨਹੀਂ ਪਾਇਆ, ਵਰਲਡ ਸਿੱਖ ਕੌਂਸਲ ਦਾ ਹੀ ਭੋਗ ਪਾ ਦਿੱਤਾ। ਤੇ ਉਹ ਕੰਮ, ਜਿੰਨੇ ਪ੍ਰੋਜੈਕਟ ਆਰੰਭੇ ਸੀ, ਉਹ ਉਵੇਂ ਦੇ ਉਵੇਂ ਹੀ ਰਹਿ ਗਏ, ਉਦਾਂ ਹੀ ਠੱਪ ਹੋ ਕੇ ਰਹਿ ਗਏ। ਇਹ ਸਾਡੇ ਵਾਸਤੇ ਬਦਕਿਸਮਤੀ ਬਣੀ। ਕੀ ਭਾਈ ਸਾਹਿਬ ਜੀ, ਤੁਹਾਡੀ ਆਪਣੀ ਖੋਜ ਮੁਤਾਬਕ ਕੰਪੈਰੇਟਿਵ ਸਟੱਡੀ ਕਰੀਏ, ਕੀ ਇਹ ਸਾਡੇ ਸਿੱਖ ਕੌਮ ਹੀ ਇਹੋ ਜਿਹੀ ਜਿਹੜਾ ਇਤਿਹਾਸ ਆਪਣਾ ਨਾਲ ਲਿਖਣਾ, ਨਾਲ ਲਿਖਿਆ, ਨਾਲ ਸਾਂਭਦੀ ਹੈ, ਕਿ ਬਾਕੀ ਕੌਮ ਨਾਲ ਵੀ ਇਹੋ ਜਿਹੀ ਕੋਈ ਘਟਨਾ ਵਾਪਰਦੀ ਹੈ? ਨਹੀਂ, ਥੋੜੇ ਵਾਲੇ ਫਰਕ ਨਾਲ ਇੱਕੋ ਜਿਹੀ ਗੱਲ ਹੀ ਹੈ ਡਾਕਟਰ ਸਾਹਿਬ ਸਾਰੇ ਪਾਸੇ। ਬਾਕੀਆਂ ਨੇ ਇਤਿਹਾਸ ਬਣਾ ਲਿਆ, ਬਣਾ ਕੇ ਮੰਨ ਲਿਆ। ਇੱਥੋਂ ਤੱਕ ਕਿ ਪਵਿੱਤਰ ਕੁਰਾਨ ਸ਼ਰੀਫ ਜਿਹੜੀ ਹੈ, ਉਹਦੇ ਕਈ ਵਰਜਨ ਨੇ। ਅੱਜ ਜਿਹੜੀ ਸਭ ਤੋਂ ਵੱਧ ਪਾਪੂਲਰ ਹੈ ਜਾਂ ਮੰਨੀ ਜਾਂਦੀ ਹੈ, ਉਹ ਸਾਊਦੀ ਅਰਬ ਨੇ ਮਤਲਬ ਆਪਣੇ ਸਕਾਲਰਸ ਨੂੰ ਸੱਦ ਕੇ ਉਹਨੂੰ ਐਡਿਟ ਕਰਕੇ ਬਣਾਇਆ, ਔਰ ਉਹਨਾਂ ਨੇ ਉਹਨੂੰ ਲਾਗੂ ਕਰ ਦਿੱਤਾ ਹੈ। ਇਸ ਤਰੀਕੇ ਨਾਲ ਬਾਕੀ ਧਰਮਾਂ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ, ਪਰ ਕਿਉਂਕਿ ਸਾਡਾ ਧਰਮ ਸਭ ਤੋਂ ਨਵਾਂ ਹੈ, ਨਵੇਕਲਾ ਹੈ, ਸਾਇੰਟੀਫਿਕ ਹੈ, ਸਾਡੇ ਨਾਲ ਇਹ ਕੁਝ ਨਹੀਂ ਵਾਪਰਨਾ ਚਾਹੀਦਾ ਸੀ। ਜੇ ਵਾਪਰ ਰਿਹਾ, ਉਹ ਸਾਡੀ ਬਦਕਿਸਮਤੀ ਜਾਂ ਸਾਡੀ ਅਣਗਹਿਲੀ ਹੈ। ਹਾਂਜੀ। ਤੇ ਹੁਣ ਇਹ ਆਪਾਂ ਕਿਉਂਕਿ ਸਮ ਅਪ ਕਰੀਏ, ਕੀ ਤੁਹਾਨੂੰ ਕੋਈ ਫਿਊਚਰ ਦਿਸਦਾ ਹੈ? ਖਾਸ ਕਰਕੇ ਆਪਾਂ ਗੱਲ ਰੈਫਰੈਂਸ ਲਾਇਬ੍ਰੇਰੀ ਦੀ ਕਰਨੀ ਹੈ, ਜਾਂ ਜਿਹੜਾ ਉੱਤੇ ਇਤਿਹਾਸ ਸੀਗਾ ਆਪਣੇ ਕੋਲ ਤਾਂ ਉਹੀ ਹੈ। ਕੀ ਆਪਾਂ ਸੋਚਦੇ ਪਏ ਕਿ ਮੁੜ ਕੇ ਜਿਹੜਾ ਮੈਂ ਗੱਲ ਕਰ ਰਿਹਾ, ਜਿਹੜੇ ਸਕਾਲਰਸ, ਕਿਸੇ ਨੂੰ ਇਹ ਚਾਹ ਉੱਠੇ ਆ ਬਾਹਰਲੀ ਯੂਨੀਵਰਸਿਟੀ ਵਿੱਚ ਬੈਠੇ, ਅਸੀਂ ਸਿੱਖ ਇਤਿਹਾਸ ਤੇ ਅਸੀਂ ਫਲਾਣੇ ਥਾਂ ਰਿਸਰਚ ਕਰਨੀ ਹੈ, ਤੇ ਉਹ ਕਿੱਥੇ ਜਾਵੇ, ਕਿੱਥੋਂ ਜਾ ਕੇ ਉਹ ਸੋਰਸਿਸ ਲੱਭੇ? ਕੀ ਇਹੋ ਜਿਹਾ ਸੋਰਸਿਸ ਹੈ? ਸਵਾਲ ਤੁਹਾਡਾ ਲੰਬਾ ਹੈ ਤੇ ਸਮਾਂ ਸਾਡੇ ਕੋਲ ਖਤਮ ਹੋ ਗਿਆ ਹੈ। ਇਹਦੇ ਸੰਬੰਧ ਵਿੱਚ ਜਿਹੜੇ ਰਿਸਰਚ ਹੋ ਵੀ ਰਹੀ ਹੈ, ਉਹ ਵੀ ਜੋ ਅਵੇਲੇਬਲ ਸਰੋਤ ਹੈਗਾ ਉਹਦੇ ਉੱਤੇ ਆਧਾਰਿਤ ਹੈ। ਉਹ ਵੀ ਕੋਈ ਇੰਡੀਪੈਂਡੈਂਟ ਜਿਹੜੀ ਸਰਬ ਪ੍ਰਵਾਨਿਤ ਕਿਸਮ ਦੀ ਰਿਸਰਚ ਹੈ, ਉਹ ਮੇਰੇ ਧਿਆਨ 'ਚ ਨਹੀਂ ਹੋ ਰਹੀ। ਵੈਸੇ ਅਸੀਂ ਆਸਵੰਦ ਹੈ, ਗੁਰੂ ਤੇ ਭਰੋਸਾ ਰੱਖਣ ਵਾਲੀ ਕੌਮ ਹੈ। ਗੁਰੂ ਕਿਰਪਾ ਕਰੂਗਾ, ਬਖਸ਼ਿਸ਼ ਕਰੂਗਾ, ਕੋਈ ਨਾ ਕੋਈ ਤਰੀਕਾ ਤਾਂ ਹੋਵੇਗਾ। ਸੋ ਇਹ ਕੁਝ ਸਵਾਲ ਸਨ ਜਿਹੜੇ ਕਿ ਪਿਛਲੇ ਪ੍ਰੋਗਰਾਮਾਂ 'ਚ ਆਊਟਸਟੈਂਡਿੰਗ ਸਨ, ਜਿਨ੍ਹਾਂ ਦੇ ਜਵਾਬ ਮੰਗੇ ਗਏ ਸਨ।
ਤੇ ਉਸ ਤੋਂ ਇਹ ਵੀ ਕਲੈਰੀਫਿਕੇਸ਼ਨ ਦੇਣੀ ਜ਼ਰੂਰੀ ਬਣਦੀ ਸੀ। ਨਹੀਂ ਤਾਂ ਕਿਉਂਕਿ ਕਮਿਊਨਿਟੀ ਦੇ ਵਿੱਚ ਅਸੀਂ ਵਿਚਰਦੇ ਹਾਂ ਤੇ ਸਾਨੂੰ ਵੀ ਪੁੱਛਿਆ ਜਾਂਦਾ ਤਾਂ ਅਸੀਂ ਤੁਹਾਨੂੰ ਸਵਾਲ ਪੁੱਛੇ ਸੀ, ਉਹ ਕਿੱਥੇ ਉਹ ਜਵਾਬ ਨਹੀਂ ਦਿੱਤਾ, ਕੀ ਤੁਹਾਨੂੰ ਆਉਂਦਾ ਨਹੀਂ ਸੀ। ਸੋ ਇਹ ਭਾਈ ਸਾਹਿਬ ਨੇ ਆਪਣੇ ਫਰਾਕ ਦਿਲੀ ਨਾਲ ਕਲੈਰੀਫਿਕੇਸ਼ਨ ਦਿੱਤੀ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਜੋ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਅੱਜ ਸਿਰਫ ਬਰੀਫਲੀ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬੰਸਾਵਲੀਨਾਮਾ ਉੱਤੇ ਟੱਚ ਅਪ ਕੀਤੀ। ਅਗਲੇ ਹਫ਼ਤੇ ਤੋਂ ਲਗਾਤਾਰ ਸਾਹਿਬ ਸੱਚੇ ਪਾਤਸ਼ਾਹ ਦਾ ਪਹਿਲਾ ਜੀਵਨ, ਉਸ ਤੋਂ ਉਪਰੰਤ ਸਾਹਿਬਾਂ ਦੀ ਬਾਣੀ, ਉਹਨਾਂ ਦਾ ਸਿਧਾਂਤਿਕ ਪੱਖ, ਉਹਨਾਂ ਦੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਜੋ ਕਿ ਅਧਿਆਤਮਿਕ ਪੱਖ ਨੇ, ਉਹ ਸਾਰੇ ਲੜੀ ਅਨੁਸਾਰ ਕੋਸ਼ਿਸ਼ ਕਰਾਂਗੇ ਕਿ 400 ਸਾਲਾਂ ਤੱਕ ਇਹ ਲੜੀ ਇਸੇ ਤਰ੍ਹਾਂ ਜਾਰੀ ਰਹੇ, ਤਾਂ ਕਿ ਆਪਾਂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੂਰਨ ਸ਼ਰਧਾਂਜਲੀ ਦੇ ਕੇ ਉਹਨਾਂ ਦੇ ਜੀਵਨ ਵਿੱਚੋਂ, ਉਹਨਾਂ ਦੇ ਇਤਿਹਾਸ ਵਿੱਚੋਂ, ਬਾਣੀ ਵਿੱਚੋਂ ਕੁਝ ਨਾ ਕੁਝ ਸਿੱਖ ਸਕੀਏ। ਸੋ ਭਾਈ ਸਾਹਿਬ ਜੀ ਅਖੀਰ ਦੇ ਵਿੱਚ ਕੁਝ ਕਹਿਣਾ ਚਾਹੋਗੇ? ਸਮਾਪਤੀ ਹੈ। ਨਹੀਂ ਜੀ, ਹੁਣ ਤਾਂ ਮਤਲਬ ਕੋਸ਼ਿਸ਼ ਕਰਾਂਗੇ ਅਗਲੇ ਹਫ਼ਤੇ ਤੋਂ ਅਸੀਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਜ਼ਿਕਰ ਕਰ ਸਕੀਏ, ਤੇ ਬਾਕੀ ਮਹਾਰਾਜ ਕਿਰਪਾ ਕਰੇ ਜਿਵੇਂ ਚੜ੍ਹਦੀ ਕਲਾ ਸਾਰੇ। ਹਾਂਜੀ, ਸੋ ਇੱਥੇ ਫਤਿਹ ਬੁਲਾਉਂਦੇ ਹਾਂ। ਧੰਨਵਾਦ ਹੈ ਸਾਰਿਆਂ ਦਾ। ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।